वाहिगुरु जी। सारंग महला पंजवा। कर दूजा। एक ओंकार। सतगुर प्रसाद। कैसे कहूँ मोहे जी बेद नाही। दर्शन प्यास प्रे प्रीत मनोहर। मन न रहे बहु बिद उमकाई। कैसे कहूँ मोहे जी बेद नाई। दर्शन प्यास प्रे प्रीत मनोहर। मन न रहे बहु बिद उमकाई। रहाओ। चितवन चितवों प्रे प्रीत बैरागी। कद पामो हर दरसाई। यत्न करो इहो मन नहीं धीरै। कोई है रे संत मिलाई। जप तप संयम पुन सब होमो। तिस अरपों सब सुख जाई। एक निमख प्रियदर्श दिखावे। तिस संतन कह बल जाई। करहु निहोरा बहुत बेनती। सेवो दिन रह नाई। मान अभिमान हों सगल त्यागों। जो प्रे बात सुनाई। देख चिरतर भई हों बिस्मन। गुर सतगुर पुरख मिलाई। प्रभ रंग दयाल मोय गृह में पाया। जन नानक तपत भुजाई। देख चिरतर भई हों बिस्मन। गुर सतगुर पुरख मिलाई। प्रभ रंग दयाल मोय गृह में पाया। जन नानक तपत बुझाई। वाहिगुरु जी का खालसा वाहिगुरु जी की फतेह। सर्व कला समर्थ सतगुरु चौर छत्र तख दे मालिक। जुगो जुग अटल। धन साहिब श्री गुरु ग्रंथ साहिब जी महाराज दे पावन पवित्र सचखंड दरबार अंदर सुभाईमान परम सत्कार जो गुरु रूप खालसा साध संगत जीओ। वाहिगुरु जी की बख्शिश हुई है। अमृत वेले गुरु की हजूरी में जुड़ बैठने का यह सुभाग समा प्राप्त होया है। गुरु के कीर्तनिया पासों गुरबाणी कीर्तन का आनंद आप जी मान रहे सी। साहिब श्री गुरु ग्रंथ साहिब जी की पवित्र बाणी की विचार हर रोज जो आप जी सरवण करते हो उस दे नाल संबंधित गुरु के ये पावन पवित्र बचन आप जी ने सरवण किए ने। ये मुख वाक गुरु अर्जन देव जी महाराज का बख्शिश किया होया है। परमात्मा ने मनुख दे मन अंदर एक भुख रखी है। वह जिंदगी अंदर संपूर्ण होने दी, जिंदगी अंदर उच्चे उठन दी। मनुख जिंदगी अंदर उच्चे तो उच्चा उठना चाहता है। ये भुख परमात्मा ने रखी है। ये गल वखरी है कि मनुख उच्चा किस तरीके नाल उठना चाहता है। कोई सोचता है कि धन बहुत होएगा तो मैं बड़ा वड्डा हो जावांगा। कोई सोचता है कि रुतबा बहुत वड्डा होएगा, वड्डे तो वड्डा मैं किसी सिंघासन ते बैठ जावांगा तो बड़ा वड्डा हो जावांगा। कोई बहुत ज्ञान प्राप्त करके सोचता है कि मैं बड़ा वड्डा हो जावांगा। ये भुख परमात्मा वालों रखी हुई है
ਤੇ ਇਸ ਖਲਾ ਨੂੰ ਵੈਕਮ ਨੂੰ ਪੂਰੀਆਂ ਕਰਨ ਲਈ ਹਰ ਮਨੁੱਖ ਬੜਾ ਯਤਨਸ਼ੀਲ ਹੈ। ਜਿੰਨਾ ਉਹਨੂੰ ਗਿਆਨ ਹੈ, ਜਿੰਨੀ ਉਹਨੂੰ ਸੋਝੀ ਹੈ, ਉਸ ਤਰੀਕੇ ਨਾਲ ਹਰ ਮਨੁੱਖ ਇਸ ਬੰਨੇ ਲੱਗਿਆ ਹੋਇਆ ਹੈ। ਮਨੁੱਖ ਸੰਪੂਰਨ ਤਾਂ ਬਣ ਸਕਦਾ ਜੇ ਕਿਸੇ ਪੂਰੇ ਨਾਲ ਜੁੜੇ। ਪੂਰਾ ਕੇਵਲ ਇੱਕ ਪਰਮਾਤਮਾ ਹੈ। ਇਹੀ ਕਾਰਨ ਹੈ ਮਨੁੱਖ ਨੇ ਬਹੁਤ ਕੁਝ ਪ੍ਰਾਪਤ ਕਰ ਲਿਆ। ਮਨੁੱਖ ਦੀ ਇਸ ਭੁੱਖ ਨੇ ਮਨੁੱਖ ਨੂੰ ਮਜਬੂਰ ਕੀਤਾ, ਉਹਨੇ ਜੰਗਲ ਗਾਹ ਦਿੱਤੇ, ਜੰਗਲਾਂ ਨੂੰ ਛਾਣ ਮਾਰਿਆ, ਲੇਕਿਨ ਇਹ ਭੁੱਖ ਮਿਟੀ ਨਾ। ਮਨੁੱਖ ਨੇ ਜੰਗਲਾਂ ਤੋਂ ਬਾਅਦ ਪਹਾੜਾਂ ਨੂੰ ਪੁੱਟਿਆ, ਪਹਾੜਾਂ ਤੇ ਚੜ੍ਹ ਗਿਆ, ਪਹਾੜਾਂ ਨੂੰ ਖੋਜਿਆ, ਦੁਨਿਆਵੀ ਪਦਾਰਥ ਤੇ ਬਹੁਤ ਪ੍ਰਾਪਤ ਕਰ ਲਏ, ਪਰ ਮਨੁੱਖ ਦੀ ਭੁੱਖ ਮਿਟੀ ਨਾ। ਮਨੁੱਖ ਨੇ ਧਰਤੀ ਨੂੰ ਖੋਜਣਾ ਸ਼ੁਰੂ ਕਰਤਾ, ਧਰਤੀ ਦੇ ਅੰਦਰ ਜਾ ਕੇ ਇਸ ਨੇ ਦੇਖਣਾ ਸ਼ੁਰੂ ਕਰ ਦਿੱਤਾ, ਬਹੁਤ ਕੁਝ ਲੱਭ ਲਿਆ, ਲੇਕਿਨ ਭੁੱਖ ਫਿਰ ਨਾ ਮਿਟੀ, ਉਹ ਭੁੱਖ ਵੱਧਦੀ ਗਈ। ਮਨੁੱਖ ਨੇ ਸਮੁੰਦਰ ਗਾਹ ਮਾਰੇ, ਸਮੁੰਦਰਾਂ ਵਿੱਚ ਚੁਭੀਆਂ ਲਾਈਆਂ, ਡੁੰਗਾਈਆਂ 'ਚ ਗਿਆ, ਸਮੁੰਦਰ 'ਚੋਂ ਬਹੁਤ ਕੁਝ ਲੱਭ ਲਿਆ, ਬਹੁਤ ਕੁਝ ਲੱਭ ਕੇ ਵੀ ਇਹਦੀ ਭੁੱਖ ਉਵੇਂ ਬਰਕਰਾਰ ਰਹੀ। ਮਨੁੱਖ ਆਕਾਸ਼ ਨੂੰ ਤੁਰ ਪਿਆ, ਆਕਾਸ਼ ਵਿੱਚ ਵੀ ਬੜੀ ਖੋਜ ਕਰ ਲਈ ਹੈ, ਸਪੇਸ ਵਿੱਚ ਬਹੁਤ ਕੁਝ ਇਹਨੇ ਲੱਭਿਆ, ਲੇਕਿਨ ਭੁੱਖ ਉਵੇਂ ਦੀ ਉਵੇਂ ਬਰਕਰਾਰ ਹੈ। ਉਹਦਾ ਕਾਰਨ ਹੈ ਕਿ ਭੁੱਖ ਨੂੰ ਮਿਟਾਉਣ ਦਾ ਜਾਂ ਇਵੇਂ ਜ਼ਿੰਦਗੀ ਅੰਦਰ ਸੰਪੂਰਨ ਬਣਨ ਦਾ ਇੱਕੋ ਇੱਕ ਤਰੀਕਾ ਹੈ, ਕਿਸੇ ਸੰਪੂਰਨ ਦੇ ਨਾਲ ਸਾਂਝ ਪਾਈ ਜਾਏ। ਉਹ ਸੰਪੂਰਨ ਹੈ ਪਰਮਾਤਮਾ। ਜਦੋਂ ਮਨੁੱਖ ਨੂੰ ਥੋੜਾ ਗਿਆਨ ਹੁੰਦਾ ਹੈ ਕਿ ਪਰਮਾਤਮਾ ਨਾਲ ਮਿਲ ਕੇ ਹੀ ਜ਼ਿੰਦਗੀ 'ਚ ਸੁੱਖ ਮਿਲਣਾ ਹੈ, ਫਿਰ ਮਨੁੱਖ ਦੇ ਅੰਦਰ ਇੱਕ ਤੜਫ ਪੈਦਾ ਹੁੰਦੀ ਹੈ, ਖਿੱਚ ਪੈਦਾ ਹੁੰਦੀ ਹੈ। ਮਨੁੱਖ ਨੂੰ ਪਤਾ ਹੋਵੇ ਨਾ ਕਿ ਧਨ ਨਾਲ ਹੀ ਸਭ ਕੁਝ ਬਣਦਾ ਹੈ। ਆਪਾਂ ਦੇਖਦੇ ਧਨ ਦੀ ਖਾਤਰ ਕੀ ਨਹੀਂ ਮਨੁੱਖ ਕਰਦਾ, ਮਿਹਨਤ ਵੀ ਕਰਦਾ ਹੈ। ਮਿਹਨਤ ਨਾਲ ਨਾ ਪੂਰੀ ਪਏ ਤੇ ਉਹ ਹੇਰਾ ਫੇਰੀ, ਠੱਗੀ ਠੋਰੀ ਵੀ ਕਰਦਾ ਹੈ, ਹੋਰ ਬਹੁਤ ਕੁਝ ਕਰਦਾ ਹੈ। ਲੜਾਈਆਂ ਹੁੰਦੀਆਂ ਨੇ, ਕਤਲ ਹੁੰਦੇ ਨੇ। ਇਹਦਾ ਕਾਰਨ ਕਿ ਮਨੁੱਖ ਦੇ ਅੰਦਰ ਇੱਕ ਖਿੱਚ ਹੈ ਕਿ ਮੈਂ ਧਨ ਪ੍ਰਾਪਤ ਕਰਕੇ ਬਹੁਤ ਵੱਡਾ ਹੋ ਜਾਵਾਂਗਾ, ਹੋਰ ਦੁਨਿਆਵੀ ਜਾਇਦਾਦਾਂ ਦੇ ਲਈ, ਰੁਤਬਿਆਂ ਦੇ ਲਈ ਜਿਹੜੇ ਇਹ ਕਲਕਲੇਸ਼ ਹੁੰਦੇ ਨੇ। ਇਹਦਾ ਕਾਰਨ ਹੈ ਕਿ ਮਨੁੱਖ ਦੇ ਅੰਦਰ ਇੱਕ ਭਟਕਣਾ ਹੈ, ਮਨੁੱਖ ਦੇ ਅੰਦਰ ਇੱਕ ਵਹਿਕਮ ਹੈ, ਜਿਹਨੂੰ ਉਹ ਪੂਰੀਆਂ ਕਰਨ ਦੇ ਲਈ ਬੜਾ ਉਤਾਵਲਾ ਹੈ। ਜੇ ਦੁਨਿਆਵੀ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਇੰਨਾ ਉਤਾਵਲਾ ਹੈ, ਦੁਨਿਆਵੀ ਪਦਾਰਥਾਂ ਦੀ ਖਾਤਰ ਇੰਨੀ ਉਹਦੇ ਅੰਦਰ ਖਿੱਚ ਹੈ, ਜਾਂ ਇੰਨੇ ਉਹ ਦੁੱਖ ਸਹਿ ਲੈਂਦਾ ਹੈ, ਦਿਨ ਰਾਤ ਇੱਕ ਕਰ ਦਿੰਦਾ ਹੈ, ਸੁਖ ਕੇ ਏਤ ਬਹੁਤ ਦੁੱਖ ਪਾਵਤ, ਦੁੱਖ ਵੀ ਉਠਾ ਲੈਂਦਾ ਹੈ। ਤੇ ਜਦੋਂ ਮਨੁੱਖ ਨੂੰ ਗਿਆਨ ਹੁੰਦਾ ਹੈ ਕਿ ਅਸਲੀ ਪਦਾਰਥ ਹੈ ਕੀ ਹੈ, ਜਾਂ ਜ਼ਿੰਦਗੀ ਦੇ ਅੰਦਰ ਪੂਰਨ ਬਣਨ ਦਾ ਤਰੀਕਾ ਕੀ ਹੈ, ਉਦੋਂ ਫਿਰ ਮਨੁੱਖ ਦੇ ਮਨ ਅੰਦਰ ਉਧਰ ਦੀ ਇੱਕ ਤੜਫ ਪੈਦਾ ਹੋ ਜਾਂਦੀ ਹੈ। ਜਦੋਂ ਉਹ ਤੜਫ ਪੈਦਾ ਹੁੰਦੀ, ਉਹਨੂੰ ਬਿਰਹੂ ਕਿਹਾ ਗਿਆ। ਉਹ ਪ੍ਰਮਾਤਮਾ ਨਾਲੋਂ ਜੋ ਵਿਛੋੜਾ ਪਿਆ ਹੈ, ਉਸ ਵਿਛੋੜੇ ਨੂੰ ਦੂਰ ਕਰਕੇ ਪ੍ਰਮਾਤਮਾ 'ਚ ਲਿਵਲੀਨ ਹੋਣ ਦੀ ਜੋ ਖਿੱਚ ਹੈ, ਉਹ ਬਿਰਹੂ ਹੈ। ਜਿਸ ਮਨੁੱਖ ਦੇ ਅੰਦਰ ਬਿਰਹੂ ਆ ਜਾਏ, ਪ੍ਰਭੂ ਦੇ ਦਰਸ਼ਨਾਂ ਦੀ ਖਿੱਚ ਆ ਜਾਏ, ਉਹਨੂੰ ਦੁਨੀਆ ਦਾ ਕੋਈ ਪਦਾਰਥ ਜਿਹੜਾ ਹੈ ਨਾ, ਉਹ ਆਪਣੇ ਵੱਲ ਖਿੱਚ ਨਹੀਂ ਸਕਦਾ, ਜਾਂ ਉਹਨੂੰ ਰਿਝਾ ਨਹੀਂ ਸਕਦਾ। ਗੁਰਬਾਣੀ 'ਚ ਬੜੀਆਂ ਸੋਹਣੀਆਂ ਉਦਾਹਰਣਾਂ ਦਿੱਤੀਆਂ ਨੇ। ਮੱਛੀ ਪਾਣੀ ਦੇ ਨਾਲ ਜੁੜ ਕੇ ਹੀ ਜਿਉਂਦੀ ਹੈ, ਪਾਣੀ ਤੋਂ ਬਿਨਾਂ ਤੜਫਦੀ ਹੈ, ਹੋਰ ਕੋਈ ਸਾਧਨ ਨਹੀਂ ਉਹਨੂੰ ਜਿਉਂਦੇ ਰੱਖਣ ਦਾ। ਚਾਤ੍ਰਿਕ ਚਿਤਵਤ ਬਰਸਤ ਮੇਹ, ਕਿਰਪਾ ਸਿੰਧ ਕਰੁਣਾ ਪ੍ਰਭ ਧਾਰੋ। ਚਾਤ੍ਰਿਕ ਜਿਹੜਾ ਹੈ ਨਾ, ਉਹ ਕੇਵਲ ਵਾਹਿਗੁਰੂ ਜੀ ਦੀ ਮਿਹਰ ਨਾਲ ਪ੍ਰਾਪਤ ਹੋਈ ਇੱਕ ਬੂੰਦ ਦੇ ਨਾਲ ਹੀ ਜਿਉਂਦਾ ਹੈ। ਬਿਲਕੁਲ ਇਸ ਤਰ੍ਹਾਂ ਆਨ ਉਪਾਵਨ ਜੀਵਤ ਮੀਨਾ ਬਿਨ ਹਰ, ਬਿਨ ਜਲ ਮਰਨਾ ਤੇ। ਮੱਛੀ ਹੋਰ ਕਿਸੇ ਉਪਾਵ ਨਾਲ ਜਿਉਂਦੀ ਨਹੀਂ ਰਹਿ ਸਕਦੀ, ਚਾਤ੍ਰਿਕ ਹੋਰ ਕਿਸੇ ਉਪਾਵ ਨਾਲ ਜਿਉਂਦਾ ਨਹੀਂ ਰਹਿ ਸਕਦਾ। ਰੱਬ ਦਾ ਪਿਆਰਾ ਵੀ ਪ੍ਰਮਾਤਮਾ ਦੇ ਦਰਸ਼ਨਾਂ ਤੋਂ ਬਿਨਾਂ ਹੋਰ ਕਿਸੇ ਉਪਾਅ ਦੇ ਨਾਲ ਤ੍ਰਿਪਤ ਨਹੀਂ ਹੋ ਸਕਦਾ, ਜਿਉਂਦਾ ਨਹੀਂ ਰਹਿ ਸਕਦਾ। ਔਰ ਗੁਰਬਾਣੀ 'ਚ ਉਦਾਹਰਣਾਂ ਦਿੱਤੀਆਂ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਬੂੰਦ ਵੀ ਹੋਣਾ ਚਾਤ੍ਰਿਕੋ ਕਿਉਂ ਕਰ ਤ੍ਰਿਪਤ ਆਵੇ, ਭਵਰ ਲੋਭੀ ਕੁਸੁਮ ਬਾਸ ਕਾ ਮਿਲ ਆ ਬੰਧਾਵੇ, ਨਾਦ ਕੁਰੰਗ ਕੇ ਵਿਦਿਆ ਸਨਮੁਖ ਹੁਟਾਵੇ, ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੇ। ਰੱਬ ਦੇ ਪਿਆਰਿਆਂ ਦੀ ਪ੍ਰਮਾਤਮਾ ਦੇ ਪ੍ਰਤੀ ਅਜਿਹੀ ਪ੍ਰੀਤ ਹੈ, ਖਿੱਚ ਹੈ, ਭੁੱਖ ਹੈ, ਜਿਵੇਂ ਮੱਛੀ ਦੀ ਪਾਣੀ ਦੇ ਪ੍ਰਤੀ। ਹੁਣ ਮੱਛੀ ਪਾਣੀ ਨਾਲੋਂ ਵਿਛੜੀ ਹੋਏ, ਉਹਦੀ ਪੀੜਾ ਨੂੰ ਕੌਣ ਜਾਣ ਸਕਦਾ ਹੈ?
ਇਹ ਤੇ ਮੱਛੀ ਜਾਣਦੀ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਰੱਬ ਦਾ ਪਿਆਰਾ ਪ੍ਰਮਾਤਮਾ ਤੋਂ ਵਿਛੜਿਆ, ਪ੍ਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ, ਉਹਦੇ ਅੰਦਰ ਜੋ ਪੀੜਾ ਪੈਦਾ ਹੁੰਦੀ ਹੈ, ਜੋ ਦੁੱਖ ਪੈਦਾ ਹੁੰਦਾ ਹੈ, ਸਤਿਗੁਰੂ ਜੀ ਕਹਿੰਦੇ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੇ ਪੀਰ ਪ੍ਰਮ ਕੀ ਸੋ ਜਾਣੇ ਜਰੀਆ। ਜਿਸ ਮਨੁੱਖ ਦੇ ਅੰਦਰ ਇਹ ਪੀੜਾ ਪੈਦਾ ਹੁੰਦੀ ਹੈ, ਇਹ ਤੇ ਉਹਨੂੰ ਜਾਣਦਾ ਕਿਵੇਂ ਸਹਿਣ ਕਰਦਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਅੱਗ 'ਚ ਕੋਈ ਸੜ ਜਾਏ ਨਾ, ਦੁਖਦਾਈ ਗੱਲ ਹੈ। ਕੋਈ ਬੰਦੇ ਨੂੰ ਸੱਪ ਡੰਗ ਜਾਏ, ਦੁਖਦਾਈ ਗੱਲ ਹੈ। ਕਿਸੇ ਬੰਦੇ ਨੂੰ ਹਥਿਆਰ ਨਾਲ ਕੱਟ ਦਿੱਤਾ ਜਾਏ, ਜਾਂ ਹੋਰ ਜਿੰਨੇ ਦੁਨੀਆ ਦੇ ਦੁੱਖ ਨੇ ਇੱਕ ਬੰਨੇ ਰੱਖ ਦੇਣ, ਪਰ ਇਹਨਾਂ ਸਾਰਿਆਂ ਤੋਂ ਵੱਡੀ ਮਹਾਨ ਪੀੜਾ ਹੈ ਜਿਸ ਮਨੁੱਖ ਦੇ ਅੰਦਰ ਪ੍ਰਮਾਤਮਾ ਨੂੰ ਮਿਲਣ ਦੀ ਖਿੱਚ ਹੈ, ਪਰ ਉਹ ਮਿਲ ਨਹੀਂ ਸਕਿਆ। ਉਹ ਖਿੱਚ ਜਿਹੜੀ, ਉਹ ਬੜੀ ਵੱਡੀ ਪਿਰ ਹੈ। ਬਾਬਾ ਕਬੀਰ ਸਾਹਿਬ ਜੀ ਦਾ ਅੰਮ੍ਰਿਤ ਬਚਨ ਹੈ, ਬਿਰਹੋਂ ਭਿਅੰਗਮ ਮਨ ਵਸੈ, ਮੰਤ ਨਾ ਮਾਨੇ ਕੋਏ, ਰਾਮ ਵਿਯੋਗੀ ਤਾਂ ਜੀਐ, ਨਾ ਜੀਏ ਜੀਐ ਤਾਂ ਬੌਰਾ ਹੋਏ। ਬਿਰਹੋਂ ਰੂਪੀ ਸੱਪ ਜਿਸ ਮਨੁੱਖ ਦੇ ਅੰਦਰ ਵੜ ਗਿਆ, ਉਹ ਵਾਹਿਗੁਰੂ ਜੀ ਦੇ ਦਰਸ਼ਨਾਂ ਤੋਂ ਬਿਨਾਂ ਜਿਉ ਹੀ ਨਹੀਂ ਸਕਦਾ। ਮੰਤ ਨਾ ਮਾਨੇ ਕੋਏ, ਇਹ ਸੱਪ ਹੋਰ ਕਿਸੇ ਮੰਤਰ ਦੇ ਨਾਲ ਕਾਬੂ ਨਹੀਂ ਕੀਤਾ ਜਾ ਸਕਦਾ। ਇੱਕੋ ਹੀ ਇੱਕ ਤਰੀਕਾ ਹੈ, ਜੀਏ ਤਾਂ ਬੌਰਾ ਹੋਏ। ਰੱਬ ਦੇ ਪਿਆਰ 'ਚ ਬੌਰਾ ਹੋ ਕੇ ਮਨੁੱਖ ਜਿਉਂਦਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਜ ਦੇ ਇਸ ਮੁੱਖ ਵਾਕ ਦੇ ਰਾਹੀਂ ਰੱਬੀ ਪਿਆਰਿਆਂ ਦੀ ਪ੍ਰਮਾਤਮਾ ਦੇ ਪ੍ਰਤੀ ਖਿੱਚ ਤੇ ਖਿੱਚ 'ਚੋਂ ਮਿਲੀ ਹੋਈ ਜਿਹੜੀ ਪੀੜਾ ਹੈ, ਉਸ ਨੂੰ ਬਿਆਨ ਕਰਦੇ ਨੇ। ਗੁਰੂ ਰਾਮਦਾਸ ਜੀ ਮਹਾਰਾਜ ਦੇ ਬਚਨ, ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੇ, ਜੋ ਤ੍ਰਿਖਾਵੰਤ ਬਿਨ ਨੀਰ, मेरे मन प्रेम लगो है तीर, मेरे हर प्रीतम की कोई बात सुनावे, सो भाई सो मेरा भीर। सतगुरु जी कहते कि वाहिगुरु जी के दर्शनों ਲਈ मेरा मन तरस रहा है, अंदरों बड़ा लुछ रहा है। जिमें एक प्यासा पानी ਲਈ तड़पदा है, तिवें मेरा मन उस वाहिगुरु जी के दर्शनों ਲਈ तड़पदा है। सतगुरु सच्चे पातशाह जी ने एक बिरहों कुठे मन की अवस्था ਨੂੰ ਬਿਆਨ ਕਰਦੇ हैं। फिर इस बिरहों ਦੇ ਵਿੱਚ परमात्मा ਦੇ ਨਾਲ ਮਿਲਾਪ ਦੀ ਸਫਲਤਾ ਪ੍ਰਾਪਤ ਕਰਨ ਦੀ ਜੁਗਤ ਕੀ ਹੈ, ਜੋ ਬਚਨ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਆਓ ਆਪਾਂ ਮਿਲ ਕੇ ਸਤਿਗੁਰੂ ਜੀ ਦੇ ਇਹਨਾਂ ਪਾਵਨ ਬਚਨਾਂ ਦੇ ਨਾਲ ਸਾਂਝ ਪਾਈਏ, ਵਿਚਾਰ ਸਾਂਝੀ ਕਰੀਏ, ਗੁਰੂ ਚਰਨਾਂ ਦਾ ਧਿਆਨ ਧਰਦੇ ਹਾਂ, ਮਨ ਬਿਰਤੀਆਂ ਨੂੰ ਟਿਕਾਉਂਦੇ ਹਾਂ, ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। सारंग महला पंजवा घर दूजा, एक ओंकार सतगुर प्रसाद, कैसे कहूँ मोहे जी बेद नाई। धन गुरु अर्जन देव जी महाराज का यह पावन मुख वाक श्री गुरु ग्रंथ साहिब जी के पवित्र अंक 1206 ਅਤੇ 7 ਤੇ अंकित है। सतगुरु सच्चे पातशाह जी ਇਹ ਪਾਵਨ ਸ਼ਬਦ ਜੋ ਸਾਰੰਗ ਰਾਗ ਦਾ ਦੂਸਰੇ ਘਰ 'ਚ ਗਾਉਣ ਦੀ ਹਦਾਇਤ ਕਰਦੇ ਨੇ। ਆਰੰਭ ਵਿੱਚ ਸਤਿਗੁਰੂ ਜੀ ਨੇ ਬਚਨ ਕਹੇ ਕਿ ਉਹ ਪਰਮ ਪਿਤਾ ਪ੍ਰਮਾਤਮਾ ਸਰਵ ਵਿਆਪਕ ਹੈ, ਉਹ ਕੇਵਲ ਇੱਕ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਉਹ ਗੁਰੂ ਦੀ ਬਖਸ਼ਿਸ਼ ਸਦਕਾ ਮਿਲਦਾ ਹੈ। ਤੇ ਗੁਰਦੇਵ ਕਹਿੰਦੇ ਕੈਸੇ ਕਹੋ ਮੋਹਿ ਜੀ ਬੇਦਨਾਈ। ਬੇਦਨਾਈ ਦਾ ਅਰਥ ਹੈ ਬੇਦਨ, ਪੀੜਾ। ਭਾਈ ਮੈਂ ਆਪਣੇ ਮਨ ਦੀ ਪੀੜਾ ਕਿਵੇਂ ਬਿਆਨ ਕਰਾਂ, ਕਿਹਦੇ ਅੱਗੇ ਬਿਆਨ ਕਰਾਂ? ਜੋ ਮੇਰੇ ਮਨ ਵਿੱਚ ਪੀੜਾ ਹੈ, ਤੜਫ ਹੈ, ਖਿੱਚ ਹੈ, ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਦਰਸ਼ਨ ਪਿਆਸ ਪ੍ਰੀਤ ਮਨੋਹਰ, ਮਨ ਨ ਰਹਿ ਬਹੁ ਬਿਦ ਉਮਕਾਈ। ਮਨੋਹਰ ਦਾ ਅਰਥ ਹੈ ਮਨ ਨੂੰ ਮੋਹ ਲੈਣ ਵਾਲਾ। ਉਹ ਪਰਮ ਪਿਤਾ ਪ੍ਰਮਾਤਮਾ ਜੋ ਮਨ ਨੂੰ ਮੋਹ ਲੈਣ ਵਾਲਾ ਹੈ, ਉਹਦੇ ਦਰਸ਼ਨਾਂ ਦੀ ਪਿਆਸ ਮੇਰੇ ਮਨ 'ਚ ਲੱਗੀ ਹੋਈ ਹੈ। ਉਹ ਵਾਹਿਗੁਰੂ ਜੀ ਦੇ ਪ੍ਰਤੀ ਮਿਲਣ ਦੀ ਖਿੱਚ ਮੇਰੇ ਮਨ 'ਚ ਲੱਗੀ ਹੋਈ ਹੈ। ਤੇ ਹੁਣ ਇਹ ਮੇਰਾ ਮਨ ਜਿਹੜਾ ਹੈ ਨਾ, ਕਿਸੇ ਵੀ ਤਰੀਕੇ ਨਾਲ ਟਿਕਦਾ ਨਹੀਂ ਹੈ, ਇਹਨੂੰ ਮਨਾਇਆ ਮੰਨਦਾ ਨਹੀਂ ਹੈ। ਬਹੁ ਬਿਦ ਉਮਕਾਈ, ਅਨੇਕਾਂ ਤਰੀਕਿਆਂ ਦੇ ਨਾਲ ਇਹਦੇ ਅੰਦਰ ਉਛਾਲ ਪੈਦਾ ਹੁੰਦਾ ਹੈ, ਇੱਕ ਉਮਾ ਪੈਦਾ ਹੁੰਦਾ ਹੈ ਕਿ ਕਿਸ ਵੇਲੇ ਕਿਵੇਂ ਵੀ ਉਸ ਪ੍ਰਮਾਤਮਾ ਨੂੰ ਮਿਲ ਲਿਆ ਜਾਏ। ਇੱਕ ਤੜਫ ਪੈਦਾ ਹੁੰਦੀ ਹੈ, ਖਿੱਚ ਪੈਦਾ ਹੁੰਦੀ ਹੈ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਹੈ, ਬਿਰਹਾ ਬਿਰਹਾ ਆਖੀ ਬਿਰਹਾ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰਹੁ ਨ ਉਪਜੇ ਸੋ ਤਨ ਜਾਣ ਮਸ਼ਾਨ।
ਪਰਮਾਤਮਾ ਨੂੰ ਮਿਲਣ ਦੀ ਜਿਹੜੀ ਖਿੱਚ ਹੈ ਜਾਂ ਉਹਦੇ ਵਿਛੋੜੇ ਦੀ ਜੋ ਪੀੜਾ ਹੈ ਮਨੁੱਖ ਦੇ ਮਨ ਅੰਦਰ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਦਰਅਸਲ ਇਹ ਸਭ ਤੋਂ ਉੱਤਮ ਹੈ, ਸੁਲਤਾਨ ਹੈ। ਜਿਸ ਮਨੁੱਖ ਦੇ ਅੰਦਰ ਇਹ ਪੀੜਾ ਹੀ ਪੈਦਾ ਨਹੀਂ ਹੋਈ, ਪ੍ਰਭੂ ਨੂੰ ਮਿਲਣ ਦੀ ਖਿੱਚ ਪੈਦਾ ਨਹੀਂ ਹੋਈ, ਉਹ ਹਿਰਦਾ ਤਾਂ ਸ਼ਮਸ਼ਾਨ ਘਾਟ ਦੀ ਨਹੀਂ ਹੈ, ਵੈਰਾਨ ਹੈ। ਔਰ ਸਤਿਗੁਰੂ ਸਾਹਿਬ ਜੀ ਉਸ ਬਿਰਹਾ ਦਾ ਜ਼ਿਕਰ ਕਰਦਿਆਂ ਕਹਿੰਦੇ ਨੇ ਕਿ ਉਹ ਪਰਮਾਤਮਾ ਜਿਹਦੇ ਬਚਨ ਮਨ ਨੂੰ ਮੋਹ ਲੈਣ ਵਾਲੇ, ਜਿਹੜਾ ਬੜਾ ਪਿਆਰਾ ਹੈ, ਉਸ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਮੇਰੇ ਮਨ 'ਚ ਲੱਗੀ ਤੇ ਬਹੁਤ ਤਰੀਕਿਆਂ ਦੇ ਨਾਲ ਉਮਾ, ਇੱਕ ਉਛਾਲ ਪੈਦਾ ਹੁੰਦਾ ਹੈ, ਖਿੱਚ ਪੈਦਾ ਹੁੰਦੀ ਹੈ, ਤੜਫ ਪੈਦਾ ਹੁੰਦੀ ਕਿ ਕਿਵੇਂ ਮੈਂ ਉਸ ਪਰਮਾਤਮਾ ਨੂੰ ਮਿਲ ਪਵਾਂ। ਉਹ ਜਿਹੜੀ ਤੜਫ ਹੈ, ਉਹ ਜਿਹੜੀ ਅੰਦਰ ਖਿੱਚ ਦੀ ਪੀੜਾ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਕਿਹੋ ਜਿਹੀ ਹੈ। ਇਹ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਰਹਾਉ ਚਿਤਵਨ ਚਿਤਵੋਂ ਪ੍ਰੀਤ ਬੈਰਾਗੀ, ਕਦ ਪਾਵੋਂ ਹਰ ਦਰਸਾਈ। ਭਾਈ ਮੈਂ ਨਿਤ ਚਿਤਵਦਾ ਹਾਂ, ਮਨ ਵਿੱਚ ਸੋਚਦਾ ਹਾਂ, ਮਨ ਵਿੱਚ ਉਸ ਪ੍ਰਮਾਤਮਾ ਦੇ ਪਿਆਰ ਵਿੱਚ ਮੈਂ ਬੈਰਾਗੀ ਹੋ ਗਿਆ ਤੇ ਸੋਚਦਾ ਹਾਂ ਕਿ ਕਦੋਂ ਮੈਨੂੰ ਵਾਹਿਗੁਰੂ ਜੀ ਦੇ ਦਰਸ਼ਨ ਹੋਣਗੇ, ਉਸ ਪ੍ਰਮਾਤਮਾ ਦੇ ਦਰਸ਼ਨ ਕਿਸ ਤਰੀਕੇ ਨਾਲ ਹੋਣਗੇ। ਪ੍ਰਮਾਤਮਾ ਸਰਵ ਵਿਆਪਕ ਹੈ, ਪ੍ਰਮਾਤਮਾ ਨਿਰਾਕਾਰ ਹੈ। ਹੁਣ ਉਸ ਪ੍ਰਮਾਤਮਾ ਦੇ ਦੀਦਾਰ ਕਿਵੇਂ ਹੋਣਗੇ? ਯਤਨ ਕਰੋ ਇਹੋ ਮਨ ਨਹੀਂ ਧੀਰੈ, ਕੋਈ ਹੈ ਰੇ ਸੰਤ ਮਿਲਾਈ। ਭਈ ਮੈਂ ਬੜੇ ਯਤਨ ਕਰਦਾ ਕਿ ਮਨ ਟਿਕ ਜਾਏ, ਮਨ ਨੂੰ ਧੀਰਜ ਆਉਂਦਾ ਨਹੀਂ ਹੈ। ਕੋਈ ਹੈਗਾ ਰੱਬ ਦਾ ਕੋਈ ਸੰਤ, ਕੋਈ ਹੈਗਾ ਕੋਈ ਰੱਬ ਦਾ ਪਿਆਰਾ ਜਿਹੜਾ ਮੈਨੂੰ ਉਸ ਪਰਮਾਤਮਾ ਨਾਲ, ਉਸ ਵਾਹਿਗੁਰੂ ਜੀ ਦੇ ਨਾਲ ਮਿਲਾ ਦੇਵੇ। ਜਿਸ ਪ੍ਰਮਾਤਮਾ ਤੋਂ ਬਿਨਾਂ ਚਾਰ ਪੈਰ ਚੋਂ ਜੁਗਾਂ ਸਮਾਨੇ, ਰਹਿਣ ਪਈ ਤਬ ਅੰਤ ਨ ਜਾਣੇ। ਇਹ ਦਿਨ ਦੇ ਚਾਰ ਪਹਿਰ ਜਿਹੜੇ ਨੇ ਮੈਨੂੰ ਤੇ ਚਾਰ ਜੁਗਾਂ ਵਰਗੇ ਲੱਗਦੇ ਨੇ, ਤੇ ਜਦੋਂ ਰਾਤ ਆ ਜਾਂਦੀ ਹੈ ਉਹ ਬਤੀਤ ਹੀ ਨਹੀਂ ਹੁੰਦੀ, ਉਹ ਤੜਫਦਿਆਂ ਲੰਘਦੀ ਹੈ, ਅੰਤ ਹੀ ਨਹੀਂ ਪਾਇਆ ਜਾ ਸਕਦਾ। ਕੋਈ ਹੈ ਉਸ ਪਰਮ ਪਿਤਾ ਪ੍ਰਮਾਤਮਾ ਨਾਲ ਮੈਨੂੰ ਜੋੜ ਦੇਵੇ। ਗੁਰੂ ਸਾਹਿਬ ਜੀ ਨੇ 12ਵਾਂ ਦੀ ਪਵਿੱਤਰ ਬਾਣੀ 'ਚ ਇੱਕ ਤਾਂ ਤੇ ਅਜਿਹੇ ਵਚਨ ਬਖਸ਼ਿਸ਼ ਕੀਤੇ ਕਿ ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਕਹਾਣੀ, ਕੋਈ ਆਣ ਮਿਲਾਵੇ ਵਾਏ। ਭਾਈ ਮੇਰੇ ਅੰਦਰ ਉਸ ਵਾਹਿਗੁਰੂ ਜੀ ਦੇ ਪ੍ਰੇਮ ਦਾ ਇੱਕ ਉਮਾਹ ਪੈਦਾ ਹੋ ਗਿਆ, ਪਰ ਕਿਵੇਂ ਮੈਂ ਉਸ ਪ੍ਰਮਾਤਮਾ ਨੂੰ ਮਿਲ ਸਕਦਾ? ਮੇਰੇ ਮਨ ਵਿੱਚ, ਮੇਰੇ ਤਨ ਵਿੱਚ ਬਹੁਤ ਭਾਰੀ ਪਿਆਸ, ਖਿੱਚ ਉਸ ਪ੍ਰਮਾਤਮਾ ਨੂੰ ਮਿਲਦੀ ਹੈ। ਇਹ ਮੇਰੀ ਮਾਂ ਕੋ ਮੈਨੂੰ ਮਿਲਾ ਸਕਦਾ ਉਹਦੇ ਨਾਲ? ਇਸ ਤੜਫ ਚੋਂ ਇੱਕ ਪਤਾ ਲੱਗਿਆ ਕਿ ਸੰਤ ਸਹਾਈ ਪ੍ਰੇਮ ਕੇਹੋਂ ਤਿਨਕੇ ਲਾਗਾਂ ਪਾਏ। ਸੰਤ, ਇੱਥੇ ਸੰਤ ਦੇ ਤੱਤੇ ਨੂੰ ਔਂਕੜ ਹੈ। ਸੰਤ ਦਾ ਅਰਥ ਹੈ ਗੁਰੂ। ਗੁਰੂ ਇਸ ਕੰਮ 'ਚ ਮਦਦਗਾਰ ਬਣ ਸਕਦਾ ਹੈ। ਬੇਅੰਤ ਤਰੀਕਿਆਂ ਨਾਲ ਪ੍ਰਮਾਤਮਾ ਨੂੰ ਮਿਲਣ ਦੇ ਲਈ ਮਨੁੱਖ ਯਤਨ ਕਰ ਰਹੇ ਨੇ। ਕੋਈ ਜਪ ਕਰਦਾ ਹੈ, ਤਪ ਕਰਦਾ ਹੈ, ਪਾਠ ਪੂਜਾ ਕਰਦਾ ਹੈ, ਹੋਰ ਬਹੁਤ ਸਾਰੇ ਯਤਨ ਮਨੁੱਖਤਾ ਕਰ ਰਹੀ ਹੈ ਉਸ ਪ੍ਰਮਾਤਮਾ ਨੂੰ ਮਿਲਣ ਦੇ ਲਈ। ਬਾਬਾ ਰਾਮਾਨੰਦ ਸਾਹਿਬ ਜੀ ਦਾ ਇੱਕ ਪਵਿੱਤਰ ਬਚਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਹੈ। ਕਹਿਣਗੇ ਮੇਰੇ ਮਨ 'ਚ ਵੀ ਬੜੀ ਤੜਫ ਲੱਗੀ, ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚੇਤ ਨਾ ਚਲੇ ਮਨ ਭਇਓ ਪੰਗ। ਇੱਕ ਦਿਵਸ ਮਨ ਭਈ ਉਪੰਗ ਉਮੰਗ, ਬਚੋਵਾ ਚੰਦਨ ਲਹਿ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਘਰ ਹੀ ਮਾਏ। ਕਹਿਣਗੇ ਮੇਰੇ ਮਨ 'ਚ ਇੱਕ ਦਿਨ ਉਮੰਗ ਪੈਦਾ ਹੋ ਗਈ ਕਿ ਮੈਂ ਬ੍ਰਹਮ ਦੀ ਪੂਜਾ ਕਰਨੀ ਹੈ, ਠਾਕੁਰ ਦੀ ਪੂਜਾ ਕਰਨੀ ਹੈ, ਉਹ ਠਾਕੁਰ ਨੂੰ ਦੇਖਣਾ ਹੈ। ਤੇ ਮੈਂ ਠਾਕੁਰ ਦੀ ਪੂਜਾ ਕਰਨ ਲਈ ਠਾਕੁਰ ਦੁਆਰੇ ਨੂੰ ਤੁਰ ਪਿਆ, ਜਿੱਥੇ ਲੋਕ ਜਾਂਦੇ ਨੇ, ਮੰਦਿਰਾਂ ਦੇ ਵਿੱਚ ਜਾਂਦੇ ਨੇ। ਕੋਲ ਅਰਚਾ ਪੂਜਾ ਦੇ ਸਾਧਨ ਲੈ ਲਏ ਕਿ ਮੈਂ ਠਾਕੁਰ ਨੂੰ ਦੇਖਣ ਜਾਣਾ ਹੈ, ਉਹਦੀ ਪੂਜਾ ਕਰਨੀ ਹੈ। ਔਰ ਕਹਿਣ ਲੱਗੇ ਸੋ ਬ੍ਰਹਮ ਬਤਾਇਓ ਗੁਰ ਘਰ ਹੀ ਮਾਏ। ਮੈਨੂੰ ਮੇਰੇ ਗੁਰੂ ਨੇ ਦੱਸਿਆ ਉਹ ਬ੍ਰਹਮ ਤਾਂ ਤੇਰੇ ਅੰਦਰ ਹੈ, ਉਹਾਂ ਤਉ ਜਾਈਏ ਜੋ ਇਹਾਂ ਨਾ ਹੋਏ। ਉੱਥੇ ਤੇ ਤਾਂ ਜਾ ਜੇ ਤੇਰੇ ਹਿਰਦੇ 'ਚ ਨਾ ਹੋਏ। ਸਾਹਿਬ ਜੀ ਕਹਿੰਦੇ ਨੇ ਇਸ ਕੰਮ 'ਚ, ਪਰਮਾਤਮਾ ਦੇ ਦੀਦਾਰ ਦੇ ਵਿੱਚ ਮਦਦਗਾਰ ਬਣ ਸਕਦਾ ਹੈ ਸੰਤ, ਗੁਰੂ। ਉਹ ਪਰਮ ਪਿਤਾ ਪ੍ਰਮਾਤਮਾ ਦਾ ਮਹਾਨ ਸੰਤ ਜਿਹੜਾ ਗੁਰੂ ਹੈ ਨਾ, ਜਿੱਥੇ ਸਤਿਗੁਰੂ ਜੀ ਨੇ ਗੱਲ ਕਹੀ
ਕਿ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਵਿਣ ਪ੍ਰਭ ਕਿਉ ਸੁਖ ਪਾਈਏ ਹੋਰ ਦੂਜੀ ਨਾਹੀ ਜਾਏ। ਇੱਕ ਗੱਲ ਤੇ ਸੱਚ ਹੈ ਕਿ ਪਰਮਾਤਮਾ ਦੇ ਮਿਲਾਪ ਤੋਂ ਬਿਨਾਂ ਪੂਰਨ ਸੁੱਖ ਮਨੁੱਖ ਨੂੰ ਮਿਲ ਹੀ ਨਹੀਂ ਸਕਦਾ। ਮਨੁੱਖ ਜ਼ਿੰਦਗੀ 'ਚ ਪੂਰਾ ਹੋ ਹੀ ਨਹੀਂ ਸਕਦਾ, ਪਰਫੈਕਟ ਹੋ ਹੀ ਨਹੀਂ ਸਕਦਾ। ਦੁਨੀਆ ਦਾ ਸਭ ਕੁਝ ਮਨੁੱਖ ਦੇ ਕੋਲ ਆ ਜਾਏ, ਪਰ ਮਨੁੱਖ ਦੇ ਅੰਦਰ ਜਿਹੜਾ ਇੱਕ ਖਲਾ ਹੈ, ਇੱਕ ਵੈਕਮ ਹੈ, ਉਹ ਪੂਰਾ ਨਹੀਂ ਹੋ ਸਕਦਾ। ਬਹੁਤ ਲੋਕ ਨੇ ਜਿਨ੍ਹਾਂ ਕੋਲ ਦੁਨੀਆ ਦੇ ਪਦਾਰਥਾਂ ਦੀ ਕਮੀ ਨਹੀਂ ਹੈ, ਵੱਡੇ ਰੁਤਬਿਆਂ ਤੇ ਬੈਠੇ ਨੇ, ਬੇਅੰਤ ਧਨ ਦੌਲਤ ਤੇ ਜ਼ਮੀਨਾਂ ਦੇ ਮਾਲਕ ਨੇ, ਸ੍ਰਿਸ਼ਟੀ ਤੇ ਹੁਕਮ ਚੱਲਦਾ ਹੈ ਉਹਨਾਂ ਦਾ, ਲੇਕਿਨ ਅੰਦਰੋਂ ਉਹ ਬੇਚੈਨ ਨੇ, ਅੰਦਰੋਂ ਉਹਨਾਂ ਦੇ ਪਰੇਸ਼ਾਨੀ ਹੈ। ਉਹ ਜਿਹੜੀ ਪਰੇਸ਼ਾਨੀ ਹੈ ਨਾ, ਦਰਅਸਲ ਉਹ ਮਿਟਣੀ ਉਦੋਂ ਹੀ ਹੈ ਜਦੋਂ ਮਨੁੱਖ ਦੇ ਮਨ ਨੂੰ ਅਸਲੀ ਆਸਰਾ ਮਿਲੇਗਾ। ਇਹ ਪਰੇਸ਼ਾਨੀ ਜਾਂ ਇਹ ਖਿੱਚ, ਇਹ ਭੁੱਖ ਰੱਖੀ ਪ੍ਰਮਾਤਮਾ ਨੇ, ਮਿਟਣੀ ਕਿਵੇਂ ਹੈ ਇਹਦਾ ਗਿਆਨ ਸਾਨੂੰ ਗੁਰੂ ਪਾਸੋਂ ਪਤਾ ਲੱਗੇਗਾ। ਮਨੁੱਖਤਾ ਜਿੰਨੇ ਵੀ ਯਤਨ ਕਰ ਰਹੀ ਹੈ, ਇਹ ਆਪਣੀ ਉਸ ਭੁੱਖ ਨੂੰ ਮਿਟਾਉਣ ਦੇ ਲਈ ਕਰ ਰਹੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਯਤਨ ਕਰੋ ਇਹ ਮਨ ਨਹੀਂ ਧੀਰ ਹੈ। ਬੜੇ ਯਤਨ ਕਰ ਕਰਕੇ ਦੇਖ ਲਏ, ਮਨ ਤਾਂ ਟਿਕਦਾ ਹੀ, ਇਹਨੂੰ ਧੀਰਜ ਨਹੀਂ ਆਉਂਦੀ। ਪਰ ਕੋਈ ਹੈ ਰੇ ਸੰਤ ਮਿਲਾਈ, ਭਾਈ ਕੋਈ ਰੱਬ ਦਾ ਸੰਤ ਮਿਲ ਜਾਏ ਜਿਹੜਾ ਮੈਨੂੰ ਉਸ ਪਰਮਾਤਮਾ ਨਾਲ ਮਿਲਾ ਦੇਵੇ, ਉਹਦੇ ਦੀਦਾਰ ਕਰ ਦੇਵੇ। ਜਪ ਤਪ ਸੰਜਮ ਪੁੰਨ ਸਭ ਹੂਮੋ, ਤਿਸ ਅਰਪੋਂ ਸਭ ਸੁਖ ਜਾਈ। ਗੁਰਦੇਵ ਕਹਿੰਦੇ ਜਿੰਨੇ ਜਪ ਤਪ ਨੇ, ਹੋਰ ਜਿਹੜੇ ਸੰਜਮ ਰੱਖੇ ਨੇ, ਪੁੰਨ ਕੀਤੇ ਨੇ, ਜੋ ਕੁਝ ਵੀ ਮੈਂ ਜ਼ਿੰਦਗੀ ਅੰਦਰ ਵਧੀਆ ਕੀਤਾ ਹੈ, ਧਾਰਮਿਕ ਕਰਮ ਕੀਤੇ ਨੇ, ਦਾਨ ਪੁੰਨ ਕੀਤੇ ਨੇ, ਮੈਂ ਸਭ ਕੁਝ ਅਰਪਣ ਕਰਨ ਲਈ ਤਿਆਰ ਹਾਂ। ਆਪਣਾ ਸਰੀਰ ਵੀ ਅਰਪਣ ਕਰਨ ਲਈ ਤਿਆਰ ਹਾਂ। ਗੁਰਬਾਣੀ ਦੇ ਅੰਦਰ ਸਤਿਗੁਰੂ ਸਾਹਿਬ ਜੀ ਨੇ ਬਚਨ ਕਹੇ ਨੇ, ਅੱਖੀ ਕਾੜ ਧਰੀ ਚਰਨਾਚਲ ਵਿੱਚ ਅਗਨੀ ਆਪ ਜਲਾਈ। ਮੈਂ ਅੱਖੀਆਂ ਕੱਢ ਕੇ ਉਹਦੇ ਚਰਨਾਂ 'ਚ ਰੱਖ ਦੇਵਾਂ, ਆਪਣੇ ਆਪ ਨੂੰ ਮੈਂ ਅਗਨ ਵਿੱਚ ਸਾੜ ਦੇਵਾਂ, ਟੋਟਾ ਟੋਟਾ ਕਰਕੇ ਮੈਂ ਅੱਗ ਵਿੱਚ ਸੜ ਜਾਵਾਂ। ਉਹ ਪਰਮਾਤਮਾ ਦੀ ਕੋਈ ਦਰਸ਼ਨ ਦਾ ਕਰਾ ਦੇਵੇ। ਸਾਹਿਬ ਜੀ ਕਹਿੰਦੇ ਨੇ ਆਪਣੇ ਜਿੰਨੇ ਧਰਮ ਕਰਮ ਜਪ ਤਪ ਦਾਨ ਪੁੰਨ ਮੈਂ ਕੀਤੇ ਨੇ, ਸਭ ਕੁਝ ਮੈਂ ਉਹਨੂੰ ਅਰਪਣ ਕਰਨ ਦੇ ਲਈ ਤਿਆਰ ਹਾਂ। ਸਭ ਸੁੱਖ ਅਰਪੋਂ ਸਭ ਸੁੱਖ ਜਾਈ। ਤੇ ਜ਼ਿੰਦਗੀ 'ਚ ਜਿੰਨੇ ਕੁ ਸੁੱਖ ਅੱਜ ਤੱਕ ਮੇਰੇ ਕੋਲ ਨੇ, ਦੇਖੋ ਦੁਨੀਆ ਸੁੱਖਾਂ ਦੀ ਖਾਤਰ ਸਭ ਕੁਝ ਕਰਦੀ ਹੈ, ਪਰ ਸੁੱਖ ਪ੍ਰਾਪਤ ਕਰਕੇ ਵੀ ਮਨੁੱਖ ਨੂੰ ਸੁੱਖ ਨਹੀਂ ਮਿਲ ਰਿਹਾ। ਸੁੱਖ ਪ੍ਰਾਪਤ ਕਰਕੇ ਵੀ ਮਨੁੱਖ ਪਰੇਸ਼ਾਨ ਹੈ। ਤੇ ਜਦੋਂ ਮਨੁੱਖ ਨੂੰ ਗਿਆਨ ਹੁੰਦਾ ਹੈ ਨਾ ਕਿ ਸੁੱਖ ਅਸਲੀ ਮਿਲਦਾ ਕਿਵੇਂ ਹੈ ਜਾਂ ਉਹ ਰਸਤਾ ਕੀ ਹੈ, ਫਿਰ ਉਹ ਕਹਿੰਦਾ ਮੈਂ ਆਪਣੇ ਸੁੱਖ ਵੀ ਕੁਰਬਾਨ ਕਰਨ ਲਈ ਤਿਆਰ ਹਾਂ। ਜੋ ਕੁਝ ਮੇਰੇ ਕੋਲ ਹੈ, ਮੇਰੀ ਜ਼ਿੰਦਗੀ ਦੇ ਜਿੰਨੇ ਧਰਮ ਕਰਮ ਨੇ, ਸਭ ਕੁਝ ਮੈਂ ਕੁਰਬਾਨ ਕਰਨ ਲਈ ਤਿਆਰ ਹਾਂ। ਏਕ ਨਿਮਖ ਪ੍ਰਿਯਦਰਸ ਦਿਖਾਵੇ, ਤਿਸ ਸੰਤਨ ਕੈ ਬਲ ਜਾਈ। ਕੋਈ ਰੱਬ ਦੇ ਸੰਤ ਹੋਣ, ਇੱਕ ਨਿਮਖ ਭਰ ਸਮੇਂ ਲਈ ਵੀ ਮੈਨੂੰ ਉਸ ਪਿਆਰੇ ਪ੍ਰੀਤਮ ਪਰਮ ਪਿਤਾ ਵਾਹਿਗੁਰੂ ਜੀ ਦੇ ਦੀਦਾਰ ਕਰਾ ਦੇਣ। ਉਸ ਦੇ ਦੀਦਾਰ ਕਰਾ ਦੇਣ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਉਸ ਪ੍ਰਮਾਤਮਾ ਦੇ ਦੀਦਾਰ ਤੋਂ ਬਿਨਾਂ ਇੱਕ ਖਿੰਡ ਮੈਂ ਹੁਣ ਜਿਉ ਨਹੀਂ ਸਕਦਾ। ਗੁਰੂ ਕੇ ਅੰਮ੍ਰਿਤ ਬਚਨ ਆਪਾਂ ਪੜ੍ਹਦੇ ਹਾਂ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ, ਮੋਇ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਮੈਨੂੰ ਦੇਖੇ ਗੁਰ ਦਰਬਾਰੇ ਜਿਉ। ਇੱਕ ਖਿੰਡ ਜਿਹੜਾ ਹੈ ਨਾ, ਉਹ ਕਲਯੁਗ ਵਰਗਾ ਬਣ ਜਾਂਦਾ ਹੈ, ਨੀਂਦ ਨਹੀਂ ਆਉਂਦੀ। ਇਵੇਂ ਕਹਿ ਲਓ ਕਿ ਮਨ ਵਿੱਚ ਇੱਕ ਤੜਫ ਪੈਦਾ ਹੋ ਗਈ, ਖਿੱਚ ਪੈਦਾ ਹੋ ਗਈ। ਸਤਿਗੁਰੂ ਜੀ ਕਹਿੰਦੇ ਇਹ ਖਿੱਚ ਉਦੋਂ ਹੀ ਮਿਟੇਗੀ ਜਦੋਂ ਉਸ ਪਰਮਾਤਮਾ ਦੇ ਦੀਦਾਰ ਹੋ ਜਾਣਗੇ। ਮੈਂ ਉਹਨਾਂ ਸੰਤਾਂ ਤੋਂ, ਪਿਆਰਿਆਂ ਤੋਂ ਕੁਰਬਾਨ ਜਾਂਦਾ। ਸਤਿਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ 'ਚ ਬੜੇ ਪਿਆਰੇ ਬਚਨ ਕਿ ਤੈਂ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੈ। ਰੱਬ ਦੇ ਦੀਦਾਰ ਤੇ ਬਹੁਤ ਮਹਾਨ ਗੱਲ ਹੈ, ਬਹੁਤ ਵੱਡੀ ਗੱਲ ਹੈ। ਕੋਈ ਰੱਬ ਦੀ ਪਿਆਰ ਦੀ ਗੱਲ ਹੀ ਮੈਨੂੰ ਸੁਣਾ ਦੇਵੇ, ਉਸ ਪ੍ਰੀਤਮ ਦੀ ਕੋਈ ਗੱਲ ਸੁਣਾ ਦੇਵੇ, ਉਹਨੂੰ ਮੈਂ ਕੀ ਭੇਟ ਕਰਾਂ। ਕਹਿੰਦੇ ਸੀਸ ਵੱਡੇ ਕਰ ਅਰਪਣ ਦੀਜੇ, ਵਿਣ ਸਿਰ ਸੇਵ ਕਰੀਜੇ। ਮੈਂ ਆਪਣਾ ਸਿਰ ਵੱਢ ਕੇ ਉਹਨੂੰ ਦੇ ਦੇਵਾਂ, ਬਿਨਾਂ ਸਿਰ ਤੋਂ ਉਹਦੀ ਸੇਵਾ ਕਰਾਂ। ਸਿਰ ਵੱਢ ਕੇ ਦੇਣ ਦਾ ਅਰਥ ਹੈ ਕਿ ਆਪਣੇ ਮਨ ਦੀਆਂ ਸਿਆਣਪਾਂ ਚਤਰਾਈਆਂ ਸਭ ਕੁਝ ਛੱਡ ਦੇਵਾਂ, ਆਪਣਾ ਅਹੰਕਾਰ ਉਹਦੇ ਅੱਗੇ ਰੱਖ ਦੇਵਾਂ। ਗੁਰਬਾਣੀ 'ਚ ਬਹੁਤ ਸਾਰੇ ਵਚਨ ਸੰਕੇਤਕ ਰੂਪ 'ਚ ਆਏ ਨੇ, ਬਿੰਬ ਨੇ।
ਜਿੱਥੇ ਸਤਿਗੁਰੂ ਜੀ ਨੇ ਕਿ ਅੱਖਾਂ ਮੈਂ ਕੱਢ ਕੇ ਅੱਗੇ ਰੱਖ ਦੇਵਾਂ, ਅੱਖਾਂ ਕੱਢਣ ਦਾ ਅਰਥ ਹੈ ਕਿ ਅਤ ਨਿਮਰਤਾ ਦੇ ਨਾਲ ਉਹਦੇ ਅੱਗੇ ਮੈਂ ਝੁਕ ਜਾਵਾਂ। ਕੇਸਾਂ ਕਾਕਰ ਚਵਰ ਟੁਲਾਵਾ, ਹੁਣ ਕੇਸਾਂ ਦਾ ਚੌਰ ਕਿਦਾਂ ਚਲਾਇਆ ਜਾਏਗਾ? ਭਾਵ ਕਿ ਮੈਂ ਬੜੀ ਨਿਮਰਤਾ ਦੇ ਨਾਲ ਉਹਦੀ ਸੇਵਾ ਕਰਾਂ, ਝੁਕ ਕੇ ਸੇਵਾ ਕਰਾਂ। ਇਸੇ ਤਰੀਕੇ ਨਾਲ ਸਤਿਗੁਰੂ ਜੀ ਨੇ ਬਚਨ ਕਿਹਾ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਸੀਸ ਵੱਡੇ ਕਰ ਅਰਪਣ ਦੀਜੇ, ਸਿਰ ਵੱਢ ਕੇ ਦੇ ਦਿਓ, ਸਿਰ ਤਲੀ ਤੇ ਰੱਖ ਦਿਓ। ਭਾਵ ਕਿ ਆਪਣਾ ਅਹੰਕਾਰ ਛੱਡ ਕੇ, ਆਪਣੀਆਂ ਸਿਆਣਪਾਂ ਛੱਡ ਕੇ, ਐਨ ਨਿਰਮਾਣ ਹੋ ਕੇ ਉਹਦੇ ਅੱਗੇ ਝੁਕ ਜਾਓ। ਜਿਹੜਾ ਉਸ ਪ੍ਰਮਾਤਮਾ ਦੀ, ਉਸ ਵਾਹਿਗੁਰੂ ਦੀ ਸਾਨੂੰ ਦਰਸ਼ਨਾਂ ਦੀ ਗੱਲ ਕਰੇ, ਸਾਹਿਬ ਜੀ ਕਹਿੰਦੇ ਏਕ ਨਿਮਖ ਪ੍ਰੇਦਰਸ ਦਿਖਾਵੇ, ਇੱਕ ਨਿਮਖ ਭਰ ਸਮੇਂ ਲਈ ਕੋ ਪ੍ਰਮਾਤਮਾ ਦੇ ਦੀਦਾਰ ਕਰਾ ਦੇਵੇ। ਮੈਂ ਉਹਨਾਂ ਰੱਬੀ ਪਿਆਰਿਆਂ ਤੋਂ, ਮਹਾਂਪੁਰਖਾਂ ਤੋਂ ਕੁਰਬਾਨ ਜਾਂਦਾ ਹਾਂ, ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਕਰੋ ਨਿਹੋਰਾ ਬਹੁਤ ਬੇਨਤੀ, ਸੇਵੋ ਦਿਨ ਰਹਿ ਨਾਈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੈਂ ਵਾਰ-ਵਾਰ ਉਹਨਾਂ ਅੱਗੇ ਜੋਦੜੀਆਂ ਕਰਾਂ, ਵਾਰ-ਵਾਰ ਮੈਂ ਬੇਨਤੀਆਂ ਕਰਾਂ, ਦਿਨ ਰਾਤ ਮੈਂ ਉਹਨਾਂ ਦੀ ਸੇਵਾ ਕਰਾਂ, ਇਸ ਕਰਕੇ ਕਿ ਮੈਨੂੰ ਉਹ ਰੱਬ ਦੇ ਇੱਕ ਛਿਨ ਭਰ ਸਮੇਂ ਲਈ ਵੀ ਦੀਦਾਰ ਕਰਾ ਦੇਣ, ਉਸ ਪ੍ਰਮਾਤਮਾ ਦੇ ਨਾਲ ਮਿਲਾ ਦੇਣ। ਸਤਿਗੁਰੂ ਸਾਹਿਬ ਜੀ ਨੇ ਜਗਿਆਸੂ ਨੂੰ ਪ੍ਰਮਾਤਮਾ ਦੇ ਦਰਸ਼ਨਾਂ ਦੀ ਜੁਗਤ ਦਰਸਾਉਂਦੇ ਆ। ਜਗਿਆਸੂ ਦੇ ਮਨ 'ਚ ਖਿੱਚ ਹੈ, ਭੁੱਖ ਹੈ ਉਸ ਵਾਹਿਗੁਰੂ ਜੀ ਦੇ ਦੀਦਾਰ ਕਰਨ ਦੀ। ਉਹ ਬੇਨਤੀ ਕਰਦਾ ਕਿ ਕਿਵੇਂ ਦੀਦਾਰ ਹੋ ਸਕਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੇਅੰਤ ਥਾਵਾਂ ਤੇ ਬੜਾ ਸੁੰਦਰ ਸੰਵਾਦ ਰਚਿਆ ਸਤਿਗੁਰੂ ਜੀ ਨੇ ਜਗਿਆਸੂ ਦਾ, ਗੁਰਮੁਖ ਦਾ। ਬੇਨਤੀ ਕਰਦਾ ਜਗਿਆਸੂ ਕਿ ਪਾਤਸ਼ਾਹ ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਕਿ ਆਪਾਂ ਇੱਕੋ ਹੀ ਪਿਤਾ ਦੇ ਬੱਚੇ ਆ, ਅਸੀਂ ਤੁਹਾਡੇ ਪੁੱਤਰ ਆ, ਵਾਹਿਗੁਰੂ ਦੇ ਅਸੀਂ ਬੱਚੇ ਆ, ਤੁਸੀਂ ਮੇਰੇ ਗੁਰੂ ਹੋ। ਮੈਂ ਤੁਹਾਡੇ ਕੋਲ ਇੱਕ ਬੇਨਤੀ ਕਰਦਾ ਹਾਂ ਕਿ ਮੈਨੂੰ ਪ੍ਰਮਾਤਮਾ ਦੇ ਦੀਦਾਰ ਕਰਾ ਦਿਓ। ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ, ਬਲਿਹਾਰ ਜਾਂਦਾ। ਪਾਵ ਮਲੋਵਾਂ ਮਲ ਮਲ ਧੋਵਾਂ, ਇਹ ਮਨ ਤੈਕੂ ਦੇਸਾਂ। ਸੁਣ ਮੀਤਾ ਹੁਣ ਤੇਰੀ ਸਰਣਾਈ ਆਇਆ, ਪਰ ਮਿਲੋ ਦੇਹੋ ਉਪਦੇਸਾ। ਮੈਂ ਤੇਰੇ ਪੈਰ ਪਲੋਸਦਾ ਹਾਂ, ਮਲ ਮਲ ਕੇ ਧੋਂਦਾ ਹਾਂ। ਐ ਮਿੱਤਰ ਮੈਂ ਤੇਰੀ ਸਰਣ 'ਚ ਆ ਕੇ ਜੋਦੜੀ ਕਰ ਰਿਹਾ ਕਿ ਮੈਨੂੰ ਉਹ ਉਪਦੇਸ਼ ਦੇ, ਉਹ ਗਿਆਨ ਦੇ, ਜਿਹਦੇ ਰਾਹੀਂ ਮੈਨੂੰ ਪ੍ਰਮਾਤਮਾ ਮਿਲ ਪਏ, ਮੈਂ ਉਹਦੇ ਦੀਦਾਰ ਕਰ ਲਵਾਂ। ਜਿਗਿਆਸੂ ਆਪਣਾ ਪਰਪਣ ਕਰਕੇ ਅਰਦਾਸ ਕਰਦਾ ਹੈ ਕਿ ਮੈਨੂੰ ਉਸ ਪ੍ਰਮਾਤਮਾ ਦੀ ਗੱਲ, ਉਸ ਪ੍ਰਮਾਤਮਾ ਦੇ ਦਰਸ਼ਨਾਂ ਦੀ ਗੱਲ ਦੱਸ ਦਿਓ। ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਪ੍ਰਮਾਤਮਾ ਦੀ ਗੱਲ। ਕਹਿਣ ਲੱਗੇ ਮਾਨ ਨ ਕੀਜੈ ਸਰਨ ਪਰੀਜੈ, ਕਰੇ ਸੋ ਭਲਾ ਮਨਾਈਐ। ਸੁਣ ਮੀਤਾ ਜੀਓ ਪਿੰਡ ਸਭ ਤਨ ਹਰ ਪੀਜੈ, ਇਉਂ ਦਰਸ਼ਨ ਹਰ ਜੀਓ ਪਾਈਐ। ਸਾਹਿਬ ਜੀ ਕਹਿੰਦੇ ਉਸ ਪ੍ਰਮਾਤਮਾ ਦੇ ਜੇ ਦੀਦਾਰ ਕਰਨੇ ਹੈ ਨਾ, ਪਹਿਲੀ ਗੱਲ ਕਿ ਹਿਰਦੇ ਵਿੱਚ ਮਾਣ ਨਾ ਕੀਜੈ, ਕਿਸੇ ਵੀ ਤਰੀਕੇ ਦਾ ਮਾਣ, ਭਾਵੇਂ ਧਨ ਦਾ ਤੇ ਭਾਵੇਂ ਧਰਮ ਦਾ, ਉਹਨੂੰ ਛੱਡ ਦੇ, ਸਮਰਪਣ ਹੋ ਜਾ, ਸਰਨ ਵਿੱਚ ਡਿੱਗ ਪੈ, ਪ੍ਰਮਾਤਮਾ ਦੀ ਸਰਨ 'ਚ ਡਿੱਗ ਪੈ। ਜੋ ਪ੍ਰਮਾਤਮਾ ਕਰਦਾ ਉਹਨੂੰ ਭਲਾ ਜਾਣ, ਉਹਨੂੰ ਖਿੜੇ ਮੱਥੇ ਪ੍ਰਵਾਨ ਕਰ। ਐ ਮਿੱਤਰ ਆਪਣਾ ਤਨ ਮਨ ਸਭ ਕੁਝ ਜਦੋਂ ਅਰਪਣ ਕਰ ਦੇਵੇਂਗਾ ਨਾ, ਉਦੋਂ ਪ੍ਰਮਾਤਮਾ ਦੇ ਦੀਦਾਰ ਹੋਣਗੇ। ਜਦੋਂ ਜਗਿਆਸੂ ਸਤ ਸੰਗਤ 'ਚ ਗੁਰੂ ਕੀ ਹਜ਼ੂਰੀ 'ਚ ਆ ਕੇ ਆਪਣਾ ਆਪ ਅਰਪਣ ਕਰਦਾ, ਉਹਦੀ ਫਿਰ ਬਖਸ਼ਿਸ਼ ਹੁੰਦੀ ਹੈ ਗੁਰੂ ਦੀ। ਦੇਖੋ ਗੁਰੂ ਤਾਂ ਹਮੇਸ਼ਾ ਹੀ ਬਖਸ਼ਿਸ਼ ਕਰਦਾ, ਪਰ ਜਦੋਂ ਅਸੀਂ ਉਸ ਬਖਸ਼ਿਸ਼ ਦੇ ਪਾਤਰ ਬਣ ਜਾਵਾਂਗੇ, ਸਾਡੀ ਸੁਰਤ 'ਚੋਂ ਅਹੰਕਾਰ, ਦੁਨੀਆ ਦੇ ਔਗਣ ਮਿਟ ਜਾਣਗੇ, ਤੇ ਉਹ ਗੁਰੂ ਦੀ ਜੋ ਰਹਿਮਤ ਹੈ ਨਾ ਸਾਡੇ ਅੰਦਰ ਵਸੇਗੀ। ਫਿਰ ਕੀ ਹੋਇਆ? ਪਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ, ਹਰ ਨਾਮ ਹੈ ਮੀਠਾ। ਜਨ ਨਾਨਕ ਕੋ ਪ੍ਰਭ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡੀਠਾ। ਸਤ ਸੰਗਤ ਵਿੱਚ ਜਦੋਂ ਆਏ, ਸਤਿਪੁਰਖਾਂ ਨੇ, ਗੁਰੂ ਕੀ ਸੰਗਤ ਨੇ ਇੱਕ ਉਪਦੇਸ਼ ਦਿੱਤਾ ਕਿ ਪ੍ਰਮਾਤਮਾ ਦਾ ਨਾਮ ਜਪੋ, ਪ੍ਰਮਾਤਮਾ ਨਾਲ ਪਿਆਰ ਕਰੋ। ਪ੍ਰਮਾਤਮਾ ਜਪ ਤਪ ਨਾਲ ਨਹੀਂ ਮਿਲਣਾ, ਪ੍ਰਮਾਤਮਾ ਹੱਠ ਨਾਲ ਨਹੀਂ ਮਿਲਣਾ। ਪ੍ਰਮਾਤਮਾ ਨੂੰ ਮਿਲਣ ਦਾ ਤਰੀਕਾ ਇੱਕੋ ਹੀ ਦੱਸਿਆ ਸਤਿਗੁਰੂ ਜੀ ਨੇ ਕਿ ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰਮਾਤਮਾ ਨੂੰ ਮਿਲਣ ਦਾ ਤਰੀਕਾ ਹੈ ਕਿ ਪ੍ਰਮਾਤਮਾ ਨੂੰ ਪਿਆਰ ਕਰੀਏ।
ਜਿਉਂ-ਜਿਉਂ ਪਿਆਰ ਨਾਲ ਪ੍ਰਮਾਤਮਾ ਦੇ ਗੁਣਾਂ ਨੂੰ ਚੇਤੇ ਕਰਾਂਗੇ, ਜਿਉਂ-ਜਿਉਂ ਪ੍ਰਮਾਤਮਾ ਦਾ ਸਿਮਰਨ ਪਿਆਰ ਨਾਲ ਕਰਾਂਗੇ, ਜਿਉਂ-ਜਿਉਂ ਪ੍ਰਮਾਤਮਾ ਦੀ ਬਣਾਈ ਮਨੁੱਖਤਾ ਨੂੰ ਪਿਆਰ ਕਰਾਂਗੇ, ਸੇਵਾ ਨੂੰ ਪਿਆਰ ਕਰਾਂਗੇ। ਸਤਿਗੁਰੂ ਜੀ ਕਹਿੰਦੇ ਸਤ ਸੰਗਤ ਦੀ ਕਿਰਪਾ ਹੋ ਗਈ, ਗੁਰੂ ਦੀ ਰਹਿਮਤ ਹੋ ਗਈ, ਗੁਰੂ ਪਿਆਰਿਆਂ ਦੀ ਬਖਸ਼ਿਸ਼ ਹੋ ਗਈ। ਹੁਣ ਮੈਨੂੰ ਨਾਮ ਮਿੱਠਾ ਲੱਗਣ ਲੱਗ ਪਿਆ, ਨਾਮ ਨਾਲ ਪਿਆਰ ਬਣ ਗਿਆ, ਤੇ ਹੁਣ ਤੇ ਮੈਂ ਜਿੱਧਰ ਦੇਖਦਾ ਉੱਧਰ ਮੈਨੂੰ ਪ੍ਰਮਾਤਮਾ ਦੇ ਦੀਦਾਰ ਹੋ ਰਹੇ ਨੇ। ਪਰਮਾਤਮਾ ਸਾਰੇ ਥਾਵਾਂ ਤੇ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਥੇ ਜਿੱਥੇ ਬਚਨ ਕਹੇ ਕਿ ਮੈਂ ਸਤਿਪੁਰਖਾਂ ਕੋਲ ਆ ਕੇ ਕਰੋ ਨਿਹੋਰਾ ਬਹੁਤ ਬੇਨਤੀ ਸੇਵੋਂ ਦਿਨ ਰਹਿ ਨਾਈ, ਵਾਰ-ਵਾਰ ਮੈਂ ਤਰਲੇ ਲੈਂਦਾ ਹਾਂ, ਵਾਰ-ਵਾਰ ਮੈਂ ਬੇਨਤੀਆਂ ਕਰਦਾ ਹਾਂ, ਦਿਨ ਰਾਤ ਮੈਂ ਸੇਵਾ ਕਰਦਾ ਹਾਂ, ਰੱਬੀ ਪਿਆਰਿਆਂ ਦੀ ਸੇਵਾ ਕਰਦਾ ਹਾਂ, ਗੁਰੂ ਦੀ ਸੇਵਾ ਕਰਦਾ ਹਾਂ, ਤੇ ਬੇਨਤੀ ਕਰਦਾ ਹਾਂ ਕਿ ਕਿਸੇ ਤਰੀਕੇ ਦੇ ਨਾਲ ਉਹਨੂੰ ਮੈਨੂੰ ਪ੍ਰਮਾਤਮਾ ਦੇ ਕੋਈ ਦੀਦਾਰ ਕਰਾ ਦਿਓ। ਮਾਨ ਅਭਿਮਾਨ ਹਉ ਸਗਲ ਤਿਆਗੋਂ, ਜੋ ਪ੍ਰੇ ਬਾਤ ਸੁਣਾਈ। ਕੋਈ ਮੈਨੂੰ ਉਸ ਪਿਆਰੇ ਪ੍ਰੀਤਮ ਦੀ ਗੱਲ ਸੁਣਾ ਦੇਵੇ ਭਾਈ, ਮੈਂ ਆਪਣਾ ਮਾਨ ਹੰਕਾਰ ਸਭ ਕੁਝ ਤਿਆਗ ਦਿੰਦਾ, ਸਭ ਕੁਝ ਤਿਆਗ ਕੇ ਮੈਂ ਉਸ ਪਿਆਰੇ ਪ੍ਰੀਤਮ ਦੀ ਗੱਲ ਸੁਣਦਾ ਹਾਂ। ਹੁਣ ਜਦੋਂ ਗੁਰੂ ਕੋਲ ਆ ਗਏ, ਕਿਉਂਕਿ ਅੰਦਰ ਭੁੱਖ ਹੈ, ਤੜਫ ਹੈ ਅੱਗੇ ਵਧਣ ਦੇ ਲਈ, ਪ੍ਰਮਾਤਮਾ ਨਾਲ ਜੁੜਨ ਦੇ ਲਈ, ਪਰ ਉਹ ਤੜਫ ਮਿਟੇਗੀ ਉਦੋਂ ਜਦੋਂ ਆਪਾਂ ਉਹਨਾਂ ਦੀ ਸੰਗਤ ਵਿੱਚ ਆਵਾਂਗੇ ਜਿਹੜੇ ਉਹਦੇ ਨਾਲ ਜੁੜੇ ਹੋਏ ਨੇ। ਗੁਰੂ ਪ੍ਰਮਾਤਮਾ ਦਾ ਰੂਪ ਹੈ, ਗੁਰਪੂਰਨ ਨਾਰਾਇਣ ਹੈ। ਗੁਰੂ ਸਾਨੂੰ ਉਸ ਪ੍ਰਮਾਤਮਾ ਦੇ ਦੀਦਾਰ ਕਰਾ ਸਕਦਾ ਹੈ, ਉਹ ਪ੍ਰਮਾਤਮਾ ਦੀ ਗੱਲ ਕਰ ਸਕਦਾ ਹੈ। ਸਾਹਿਬ ਜੀ ਕਹਿੰਦੇ ਜਦੋਂ ਮੈਂ ਇਹ ਬੇਨਤੀ ਕੀਤੀ ਭਾਈ, ਮੈਂ ਦਿਨ ਰਾਤ ਸੇਵਾ ਕਰਦਾ ਹਾਂ, ਮਾਨ ਅਮਾਨ ਸਭ ਕੁਝ ਅਰਪਣ ਕਰਦਾ ਹਾਂ, ਕੋਈ ਮੈਨੂੰ ਪ੍ਰਮਾਤਮਾ ਦੀ ਗੱਲ ਦੱਸੇ। ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋਈ, ਮੈਂ ਗੁਰੂ ਕੀ ਹਜ਼ੂਰੀ ਜਦੋਂ ਆਇਆ। ਹੁਣ ਦੇਖ ਚਰਿੱਤਰ ਭਈ ਹਉ ਬਿਸਮਨ, ਗੁਰ ਸਤਿਗੁਰ ਪੁਰਖ ਮਿਲਾਈ। ਗੁਰੂ ਭਾਈ ਗੁਰੂ ਨੇ ਕਿਰਪਾ ਕੀਤੀ, ਗੁਰੂ ਸਤਿਗੁਰੂ ਨਾਲ ਮਿਲਾ ਦਿੱਤਾ। ਸਤਿਗੁਰੂ ਨੇ ਬਖਸ਼ਿਸ਼ ਕੀਤੀ, ਮੈਨੂੰ ਉਸ ਪ੍ਰਮਾਤਮਾ ਨਾਲ ਮਿਲਾ ਦਿੱਤਾ, ਪ੍ਰਮਾਤਮਾ ਦੇ ਦੀਦਾਰ ਕਰਾਤੇ। ਹੁਣ ਤੇ ਮੈਂ ਇਸ ਚਰਿੱਤਰ ਨੂੰ, ਕੌਤਕ ਨੂੰ ਦੇਖ ਕੇ ਬੜਾ ਬਿਸਮ ਵਿੱਚ ਚਲਿਆ ਗਿਆ, ਬਿਸਮਾਦ ਵਿੱਚ ਚਲਿਆ ਗਿਆ, ਬੜੀ ਆਸ਼ਚਰਜ ਅਵਸਥਾ ਚਲਿਆ ਗਿਆ ਕਿ ਮੈਨੂੰ ਉਸ ਪ੍ਰਮਾਤਮਾ ਦੇ ਦੀਦਾਰ ਅੰਦਰੋਂ ਹੀ ਹੋ ਗਏ। ਜਿਸ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਲਈ ਮੈਂ ਬਾਹਰ ਤੜਫਦਾ ਸਾਂ, ਬਾਹਰ ਲੱਭਦਾ ਸਾਂ, ਕਈ ਤਰ੍ਹਾਂ ਦੇ ਯਤਨ ਕਰਦਾ ਸਾਂ। ਸਤਿਗੁਰੂ ਜੀ ਨੇ ਜ਼ਿਕਰ ਕੀਤਾ ਜਪ ਤਪ ਸੰਜਮ ਪੁੰਨ ਹੋਮ ਸਭ ਕੁਝ ਕਰਦਾ ਸਾਂ, ਲੇਕਿਨ ਹੁਣ ਗੁਰੂ ਨੇ ਬਖਸ਼ਿਸ਼ ਕਰ ਦਿੱਤੀ। ਉਹ ਗੁਰੂ ਨੇ ਮੈਨੂੰ ਅੰਦਰੋਂ ਹੀ ਪ੍ਰਮਾਤਮਾ ਦੇ ਦੀਦਾਰ ਕਰਾਤੇ। ਗੁਰੂ ਨੇ ਤੇ ਗੁਰਬਾਣੀ ਚ ਵਾਰ-ਵਾਰ ਇਹ ਗੱਲ ਕਹੀ ਹੈ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ, ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਏ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ ਘਾਟ ਹੀ ਖੋਜੋ ਪਾਈ। ਉਹ ਭਾਈ ਉਹ ਪ੍ਰਮਾਤਮਾ ਨਿਰੰਤਰ ਲਗਾਤਾਰ ਇੱਕ ਰਸ ਤੁਹਾਡੇ ਅੰਦਰ ਵਸ ਰਿਹਾ ਹੈ, ਜਿਵੇਂ ਫੁੱਲ 'ਚ ਸੁਗੰਧੀ ਹੁੰਦੀ ਹੈ, ਜਿਵੇਂ ਸ਼ੀਸ਼ੇ ਵਿੱਚ ਤੁਹਾਡਾ ਪ੍ਰਤੀਬਿੰਬ ਹੁੰਦਾ ਹੈ। ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ 'ਚੋਂ ਖੋਜੋ, ਹਿਰਦੇ ਵਿੱਚੋਂ ਲੱਭੋ। ਸਤਿਗੁਰੂ ਜੀ ਨੇ ਮੈਨੂੰ ਗਿਆਨ ਦੇ ਦਿੱਤਾ, ਸੋਝੀ ਦੇ ਦਿੱਤੀ, ਤੇ ਗੁਰਦੇਵ ਕਹਿੰਦੇ ਮੈਂ ਹੁਣ ਇਸ ਕੌਤਕ ਨੂੰ ਦੇਖ ਕੇ, ਦੇਖ ਚਰਿੱਤਰ ਭਈ ਹਉ ਬਿਸਮਨ, ਇਸ ਕੌਤਕ ਨੂੰ ਦੇਖ ਕੇ ਮੈਂ ਬਿਸਮਾਦ ਵਿੱਚ ਚਲਿਆ ਗਿਆ। ਉਸ ਗੁਰੂ ਨੇ ਕਿਰਪਾ ਕਰਕੇ ਅੰਦਰੋਂ ਹੀ ਉਸ ਪ੍ਰਮਾਤਮਾ ਦੇ ਦੀਦਾਰ ਕਰਾ ਦਿੱਤੇ। ਹੁਣ ਜਦੋਂ ਪ੍ਰਮਾਤਮਾ ਦੀ ਦੀਦਾਰ ਹੋ ਗਈ, ਜਿਸ ਪ੍ਰਮਾਤਮਾ ਨੂੰ ਮਿਲਣ ਦੇ ਲਈ ਖਿੱਚ ਸੀ, ਪਿਆਸ ਸੀ, ਪ੍ਰਮਾਤਮਾ ਨੂੰ ਮਿਲਣ ਤੋਂ ਬਿਨਾਂ ਮਨੁੱਖ ਦੀ ਜ਼ਿੰਦਗੀ ਚੋਂ ਭਟਕਣਾ ਨਹੀਂ ਮੁੱਕ ਸਕਦੀ। ਪਹਿਲੀ ਤਾਂ ਗੱਲ ਇਹ ਹੈ, ਵਿਣ ਪ੍ਰਭ ਕਿਉਂ ਸੁਖ ਪਾਈਏ, ਹੋਰ ਦੂਜੀ ਨਹੀਂ ਜਾਏ। ਪਰਮਾਤਮਾ ਦੇ ਮਿਲਾਪ ਤੋਂ ਬਿਨਾਂ ਜ਼ਿੰਦਗੀ ਅੰਦਰ ਪੂਰਨ ਸੁੱਖ ਨਹੀਂ ਮਿਲ ਸਕਦਾ। ਅਗਲੀ ਗੱਲ ਇਹ ਹੈ ਕਿ ਜਿਹੜੇ ਪ੍ਰਮਾਤਮਾ ਨੂੰ ਮਿਲ ਗਏ, ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਘਾਏ, ਜਿਨ੍ਹਾਂ ਨੂੰ ਪ੍ਰਮਾਤਮਾ ਦਾ ਰਸ ਆ ਜਾਂਦਾ ਹੈ, ਦੀਦਾਰ ਹੋ ਜਾਂਦੇ ਨੇ, ਉਹ ਜ਼ਿੰਦਗੀ ਅੰਦਰ ਤ੍ਰਿਪਤ ਹੋ ਜਾਂਦੇ ਨੇ, ਉਹਨਾਂ ਦੀਆਂ ਭੁੱਖਾਂ ਮਿਟ ਜਾਂਦੀਆਂ ਨੇ। ਮਨੁੱਖ ਦੀ ਹਮੇਸ਼ਾ ਇਹ ਲੋਚਾ ਹੈ ਕਿ ਉਹਨੂੰ ਜ਼ਿੰਦਗੀ 'ਚ ਸਦਾ ਸੁੱਖ ਮਿਲੇ। ਮਨੁੱਖ ਦੀ ਦੂਸਰੀ ਇਹ ਲੋਚਾ ਹੈ ਕਿ ਉਹਨੂੰ ਜ਼ਿੰਦਗੀ ਅੰਦਰ ਕੋਈ ਕਮੀ ਨਾ ਹੋਏ, ਕੋਈ ਭੁੱਖ ਨਾ ਵਿਆਪੇ, ਕਿਸੇ ਪਦਾਰਥ ਦੀ ਘਾਟ ਨਾ ਹੋਵੇ। ਤੇ ਮਨੁੱਖ ਦੀ ਅਗਲੀ ਜਿਹੜੀ ਮਹਾਨ ਲੋਚਾ ਹੈ ਕਿ ਜਿਹੜੇ ਸੁੱਖ ਮਿਲੇ ਨੇ, ਇਹ ਜਿਹੜੀਆਂ ਸਹੂਲਤਾਂ ਮਿਲੀਆਂ ਨੇ,
ਇਹ ਖਤਮ ਨਹੀਂ ਹੋਣੀਆਂ ਚਾਹੀਦੀਆਂ। ਇਵੇਂ ਕਹਿ ਲਓ ਕਿ ਜ਼ਿੰਦਗੀ ਦੇ ਅੰਦਰ ਕਦੀ ਵੀ ਬਦਅਮਨੀ ਨਹੀਂ ਹੋਣੀ ਚਾਹੀਦੀ। ਜ਼ਿੰਦਗੀ ਦੇ ਅੰਦਰ ਕਦੀ ਵੀ ਇਹੋ ਜਿਹਾ ਮੌਕਾ ਕਿ ਸੁੱਖ ਸਹੂਲਤਾਂ ਮੁੱਕਣੀਆਂ ਨਹੀਂ ਚਾਹੀਦੀਆਂ। ਇਹ ਮਨੁੱਖ ਦੀ ਲਾਲਸਾ ਹੈ। ਇਹ ਜਿਹੜੀ ਲਾਲਸਾ ਹੈ ਨਾ ਮਨੁੱਖ ਦੀ, ਕੇਵਲ ਇੱਕੋ ਯਤਨ ਦੇ ਨਾਲ ਪੂਰੀ ਹੋ ਸਕਦੀ ਹੈ। ਪਹਿਲੀ ਗੱਲ ਕਿ ਸਦਾ ਸੁੱਖ ਮਿਲੇ, ਉਹ ਸੁੱਖ ਪ੍ਰਮਾਤਮਾ ਤੋਂ ਬਿਨਾਂ ਨਹੀਂ ਮਿਲ ਸਕਦਾ। ਵਿਣ ਪ੍ਰਭ ਕਿਉਂ ਸੁਖ ਪਾਈਏ, ਹੋਰ ਦੂਜੀ ਨਾਹੀਂ ਜਾਏ। ਹੋਰ ਕੋਈ ਥਾਂ ਨਹੀਂ ਹੈ ਜਿੱਥੋਂ ਸਦੀਵੀ ਸੁੱਖ ਮਿਲ ਸਕੇ। ਤੇ ਸਤਿਗੁਰੂ ਜੀ ਨੇ ਕਿਹਾ ਸੀ, ਸਭ ਸੁਖ ਦਾਤਾ ਰਾਮ ਹੈ, ਜਾਂ ਜਾਓ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ। ਜੇ ਤੂੰ ਸੁਖ ਚਾਹੁੰਦਾ ਤੇ ਪ੍ਰਮਾਤਮਾ ਦੀ ਸ਼ਰਨ ਚ ਆ ਜਾ। ਪ੍ਰਮਾਤਮਾ ਦੀ ਸ਼ਰਨ ਦਾ ਅਰਥ ਹੈ ਕਿ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਪ੍ਰਮਾਤਮਾ ਦਾ ਜੋ ਸੁਭਾਅ ਹੈ, ਪ੍ਰਮਾਤਮਾ ਦੇ ਜੋ ਗੁਣ ਨੇ, ਉਹਨਾਂ ਨੂੰ ਜ਼ਿੰਦਗੀ ਅੰਦਰ ਗ੍ਰਹਿਣ ਕਰ। ਜੋ ਪ੍ਰਮਾਤਮਾ ਕੰਮ ਕਰਿਆ ਤੂੰ ਕਰਨੇ ਸ਼ੁਰੂ ਕਰ ਦੇ। ਵੈਸੇ ਵੀ ਪ੍ਰਮਾਤਮਾ ਨੇ ਮਨੁੱਖ ਨੂੰ ਧਰਤੀ ਤੇ ਭੇਜਿਆ ਇਹੀ ਕੰਮ ਕਰਨ ਦੇ ਲਈ। ਪ੍ਰਮਾਤਮਾ ਨੇ ਆਪ ਨਹੀਂ ਆਉਣਾ। ਪ੍ਰਮਾਤਮਾ ਦਾ ਆਕਾਰ ਕੋਈ ਨਹੀਂ। ਪ੍ਰਮਾਤਮਾ ਸਰਵ ਵਿਆਪਕ ਹੈ। ਪ੍ਰਮਾਤਮਾ ਸਾਡੇ ਨੇੜੇ ਹੈ, ਹਰ ਥਾਂ ਤੇ ਹੈ। ਹੁਣ ਤੁਸੀਂ ਆਤਮਾ ਨੂੰ ਨਹੀਂ ਦੇਖ ਸਕਦੇ। ਆਤਮਾ ਦੀ ਹੋਂਦ ਸਰੀਰ ਕਰਕੇ ਹੈ। ਆਤਮਾ ਦੀ ਹੋਂਦ ਸਰੀਰ ਕਰਕੇ ਹੈ। ਸਰੀਰ ਤੋਂ ਬਿਨਾਂ ਸਾਨੂੰ ਆਤਮਾ ਬਾਰੇ ਕੀ ਸੋਝੀ ਮਿਲੇਗੀ। ਬਿਲਕੁਲ ਪ੍ਰਮਾਤਮਾ ਸਰਵ ਵਿਆਪਕ ਹੈ। ਤੇ ਪ੍ਰਮਾਤਮਾ ਨੇ ਇਸ ਧਰਤੀ ਦੇ ਉੱਪਰ ਸਿਰਜਣਾ ਕਰਨ ਦੇ ਲਈ ਜਾਂ ਇਸ ਜਗਤ ਨੂੰ ਚਲਾਉਣ ਦੇ ਲਈ ਮਨੁੱਖ ਨੂੰ ਧਰਤੀ ਤੇ ਭੇਜਿਆ। ਮਨੁੱਖ ਨੂੰ ਜ਼ਿੰਮੇਵਾਰੀ ਦਿੱਤੀ ਹੈ। ਤੇ ਮਨੁੱਖ ਜਦੋਂ ਇਸ ਪਾਸੇ ਲੱਗਦਾ ਹੈ, ਪ੍ਰਮਾਤਮਾ ਵਾਲੇ ਕੰਮ ਕਰਨੇ ਸ਼ੁਰੂ ਕਰਦਾ ਹੈ। ਜਦੋਂ ਮਨੁੱਖ ਇਹ ਕੰਮ ਨਹੀਂ ਨਾ ਕਰਦਾ, ਇਵੇਂ ਕਹਿ ਲਓ ਜਦੋਂ ਮਨੁੱਖ ਮਨੁੱਖਤਾ ਤੋਂ ਡਿੱਗ ਕੇ ਬੇਈਮਾਨ ਬਣ ਜਾਂਦਾ ਹੈ, ਜਦੋਂ ਮਨੁੱਖ ਠੱਗੀ ਠੋਰੀ ਜਾਂ ਹੋਰ ਅਨੇਕ ਤਰ੍ਹਾਂ ਦੀਆਂ ਚਤਰ ਚਲਾਕੀਆਂ ਕਰਦਾ ਹੈ, ਗਲਤ ਕੰਮ ਕਰਦਾ ਹੈ, ਉਦੋਂ ਮਨੁੱਖ ਦੁੱਖਾਂ ਵੱਲ ਤੁਰਿਆ ਜਾਂਦਾ ਹੈ। ਦੁੱਖ ਵੱਧਦੇ ਚਲੇ ਜਾਂਦੇ ਨੇ। ਸੁੱਖ ਪ੍ਰਾਪਤ ਕਰਨ ਦਾ ਤਰੀਕਾ ਕਿ ਜੋ ਕੰਮ ਪ੍ਰਮਾਤਮਾ ਕਰਦਾ ਹੈ, ਪ੍ਰਮਾਤਮਾ ਪਰਉਪਕਾਰ ਕਰਦਾ ਹੈ, ਪ੍ਰਮਾਤਮਾ ਸਰਬੱਤ ਦਾ ਭਲਾ ਕਰਦਾ ਹੈ, ਪ੍ਰਮਾਤਮਾ ਬੜਾ ਦਿਆਲੂ ਹੈ, ਪ੍ਰਮਾਤਮਾ ਬੜਾ ਮਿਹਰਬਾਨ ਹੈ। ਜੇਕਰ ਪ੍ਰਮਾਤਮਾ ਦੇ ਪਿਆਰ ਜੁੜ ਕੇ ਮਨੁੱਖ ਵੀ ਇਹੋ ਜਿਹਾ ਬਣ ਜਾਏ ਤੇ ਪ੍ਰਮਾਤਮਾ ਦੇ ਅੰਦਰੋਂ ਹੀ ਮਿਲ ਪੈਂਦਾ। ਪ੍ਰਮਾਤਮਾ ਨੂੰ ਤੇ ਲੋੜ ਹੈ ਇਹੋ ਜਿਹੇ ਲੋਕਾਂ ਦੀ। ਦੇਖੋ ਕੋਈ ਗੁਣਵਾਨ ਬੰਦਾ ਹੋਏ, ਗੁਣਵਾਨ ਬੰਦੇ ਨੂੰ ਹਰ ਕੋਈ ਮਿਲਣਾ ਚਾਹੁੰਦਾ ਹੈ। ਕੋਈ ਬੰਦਾ ਬੜਾ ਇੰਟੈਲੀਜੈਂਟ ਹੋਏ, ਬੜਾ ਹਰ ਕੰਮ 'ਚ ਮਾਹਿਰ ਹੋਏ, ਬੜਾ ਚੰਗਾ ਹੋਏ, ਸੁਭਾਅ ਕਰਕੇ ਚੰਗਾ ਹੋਏ, ਪਰਉਪਕਾਰੀ ਹੋਏ, ਤੇ ਹਰ ਬੰਦਾ ਚਾਹੁੰਦਾ ਕਿ ਇਹੋ ਜਿਹੇ ਬੰਦੇ ਦੀ ਕਿਤੇ ਸੰਗਤ ਮਿਲੇ, ਉਹਦੇ ਨਾਲ ਸਾਡਾ ਮੇਲ ਜੋੜ ਹੋ ਜਾਏ ਚੰਗੇ ਬੰਦਿਆਂ ਦੇ ਨਾਲ। ਹੁਣ ਜੇ ਦੁਨਿਆਵੀ ਤੌਰ ਤੇ ਅਸੀਂ ਚਾਹੁੰਦੇ ਕਿ ਚੰਗੇ ਬੰਦਿਆਂ ਨਾਲ ਸਾਡਾ ਮੇਲ ਜੁੜ ਹੋਏ, ਚੰਗੇ ਲੋਕਾਂ ਕੋਲ ਅਸੀਂ ਬੈਠੀਏ, ਵੱਡੇ ਲੋਕਾਂ ਕੋਲ ਅਸੀਂ ਬੈਠੀਏ, ਤੇ ਇਹ ਮਨੁੱਖ ਤੇ ਭੁੱਖ ਤੇ ਪ੍ਰਮਾਤਮਾ ਨੂੰ ਵੀ ਹੈ ਚੰਗੇ ਲੋਕਾਂ ਦੇ ਪ੍ਰਤੀ। ਔਗਣ ਵਾਲਿਆਂ ਨੂੰ ਕੋਈ ਚੰਗਾ ਨਹੀਂ ਗਿਣਦਾ। ਔਗਣੇ ਆਰੇ ਮਾਨਸੇ ਭਲੋ ਨਾ ਕਹੇ ਕੋਈ। ਔਗਣਾ ਵਾਲਿਆਂ ਨੂੰ ਪ੍ਰਮਾਤਮਾ ਦੇ ਦਰ ਤੇ ਵੀ ਕੋਈ ਥਾਂ ਨਹੀਂ ਹੈ। ਗੁਣਾਂ ਵਾਲਿਆਂ ਨੂੰ ਪ੍ਰਮਾਤਮਾ ਪ੍ਰਵਾਨ ਕਰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਤੁਸੀਂ ਉਹ ਗੁਣ ਗ੍ਰਹਿਣ ਕਰ ਲਓਗੇ ਜ਼ਿੰਦਗੀ ਦੇ ਅੰਦਰ, ਪ੍ਰਮਾਤਮਾ ਤੇ ਆਪੇ ਮਿਲ ਪਏਗਾ। ਪ੍ਰਮਾਤਮਾ ਤਾਂ ਮਗਰ ਮਗਰ ਤੁਰਿਆ ਫਿਰੇਗਾ। ਬਾਬਾ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ ਸੀ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਭਗਤ ਜੀ ਕਹਿੰਦੇ ਮਨ ਐਨ ਪਵਿੱਤਰ ਹੋ ਗਿਆ, ਜਿਵੇਂ ਕਹਿੰਦੇ ਗੰਗਾ ਦਾ ਪਾਣੀ ਪਵਿੱਤਰ ਹੈ। ਮਨ ਪਵਿੱਤਰ ਹੋ ਗਿਆ ਤੇ ਹੁਣ ਉਹ ਪ੍ਰਮਾਤਮਾ ਮਗਰ ਮਗਰ ਤੁਰਿਆ ਫਿਰਦਾ। ਜਿਸ ਪ੍ਰਮਾਤਮਾ ਨੂੰ ਲੱਭਣ ਲਈ ਦੁਨੀਆ ਪਹਾੜਾਂ 'ਚ, ਜੰਗਲਾਂ 'ਚ, ਤੀਰਥਾਂ ਤੇ ਘਰ-ਬਾਰ ਛੱਡ ਕੇ, ਪਰਿਵਾਰ ਛੱਡ ਕੇ ਇੱਧਰ ਉੱਧਰ ਫੇਰ ਰਹੀ ਸੀ, ਉਹ ਪ੍ਰਮਾਤਮਾ ਮਿਲਣ ਲੱਗ ਪਿਆ। ਗੁਰਬਾਣੀ ਕਹਿੰਦੀ ਪ੍ਰਮਾਤਮਾ ਨੂੰ ਲੱਭਣ ਜਾਣ ਦੀ ਲੋੜ ਨਹੀਂ ਹੈ। ਪ੍ਰਮਾਤਮਾ ਦੀ ਖਾਤਰ ਸਰੀਰ ਤੇ ਦੁੱਖ ਕਸ਼ਟ ਉਠਾਉਣ ਦੀ ਲੋੜ ਨਹੀਂ ਹੈ। ਜੇ ਪ੍ਰਮਾਤਮਾ ਨਾਲ ਜੁੜਨਾ ਹੈ ਤੇ ਆਪਣੇ ਆਪ ਨੂੰ ਸਵਾਰਨ ਦੀ ਲੋੜ ਹੈ। ਸਤ ਸੰਗਤ ਰਾਹੀਂ, ਗੁਰੂ ਕੇ ਉਪਦੇਸ਼ ਰਾਹੀਂ ਜਦੋਂ ਮਾਨ ਅਭਿਮਾਨ ਨੂੰ ਤਿਆਗਤਾ, ਮਾਨ ਅਭਿਮਾਨ ਹਉ ਸਗਲ ਤਿਆਗੋ, ਭਈ ਮੈਂ ਆਪਣਾ ਮਾਨ ਹੰਕਾਰ ਸਭ ਕੁਝ ਤਿਆਗਣ ਲਈ ਤਿਆਰ ਹਾਂ। ਹੁਣ ਜਦੋਂ ਸਭ ਕੁਝ ਤਿਆਗ ਦਿੱਤਾ ਤੇ ਫਿਰ ਕੀ ਹੋਇਆ? ਦੇਖ ਚਰਿੱਤਰ ਭਈ ਹਉ ਬਿਸਮਨ। ਜਿਸ ਵੇਲੇ ਅਹੰਕਾਰ ਮਿਟਿਆ ਨਾ ਅੰਦਰੋਂ, ਉਦੋਂ ਹੀ ਅੰਦਰੋਂ ਪ੍ਰਮਾਤਮਾ ਦੇ ਦੀਦਾਰ ਹੋਣੇ ਸ਼ੁਰੂ ਹੋ ਗਏ। ਗੁਰੂ ਕੀ ਬਾਣੀ ਕਹਿੰਦੀ ਹਉ ਮੈਂ ਜਾਈ ਤਾਂ ਕੰਤ ਸਮਾਈ। ਜਦੋਂ ਅਹੰਕਾਰ ਚਲ ਗਿਆ ਉਦੋਂ ਹੀ ਪ੍ਰਮਾਤਮਾ 'ਚ ਅਸੀਂ ਸਮਾ ਗਏ। ਪ੍ਰਮਾਤਮਾ ਤੇ ਅੰਦਰ ਹੈ, ਹਰ ਮਨੁੱਖ ਦੇ ਅੰਦਰ ਹੈ, ਸਾਰੇ ਥਾਵਾਂ ਤੇ ਹੈ। ਪਰ ਸਾਡੇ ਅੰਦਰ ਆ ਦੁਨੀਆ ਦਾ ਪ੍ਰਭਾਵ ਪੈ ਗਿਆ, ਮਾਇਆ ਦਾ ਅਸਰ ਹੋ ਗਿਆ। ਸਾਡੇ ਅੰਦਰ ਮਾਇਆ ਦੇ
ਕਰਕੇ ਅਨੇਕ ਤਰ੍ਹਾਂ ਦੀਆਂ ਬੁਰਾਈਆਂ ਆ ਗਈਆਂ, ਔਗਣ ਆ ਗਏ। ਉਹ ਜਿਹੜਾ ਸਾਡੇ ਅੰਦਰ ਇੱਕ ਰੱਬੀ ਸਰੂਪ ਸੀ ਨਾ, ਰੱਬੀ ਸਰੂਪ, ਉਹ ਢੱਕਿਆ ਗਿਆ ਇਹਨਾਂ ਔਗਣਾਂ ਕਰਕੇ। ਜਿਵੇਂ ਸਰੋਵਰ ਦਾ ਪਾਣੀ ਕੱਖ ਕਾਣ ਨਾਲ ਢੱਕਿਆ ਜਾਏ, ਨਜ਼ਰ ਨਹੀਂ ਆਉਂਦਾ। ਭਾਈ ਗੁਰਦਾਸ ਜੀ ਨੇ 3-4 ਉਦਾਹਰਣਾਂ ਦੇ ਕੇ ਬੜੀ ਪਿਆਰੀ ਗੱਲ ਕਹੀ ਹੈ। ਕਹਿੰਦੇ ਜੈਸੇ ਤੋਂ ਬਸਨ ਅੰਗ ਸੰਗ ਮਿਲ ਹੋਏ ਹੈ ਮਲੀਨ, ਸਲਲ ਸਾਬਨ ਮਿਲ ਉਜਲ ਹੋਤ ਹੈ। ਬਸਨ ਕਹਿੰਦੇ ਬਸਤਰ ਨੂੰ, ਕੱਪੜੇ ਪਾਈ ਜਾਓ, 1-2 ਦਿਨ ਤੁਸੀਂ ਪਾਓ, ਉਹ ਮੈਲੇ ਹੋ ਜਾਂਦੇ ਨੇ, ਉਹਨਾਂ ਨੂੰ ਐਨ ਕਿੱਦਾਂ ਮੈਲ ਲੱਗ ਜਾਂਦੀ ਹੈ, ਪਸੀਨਾ ਲੱਗ ਜਾਂਦਾ। ਉਹਨਾਂ ਦਾ ਅਸਲੀ ਲਗਾਤਾਰ ਪਾਓ ਤੇ ਉਹਨਾਂ ਦਾ ਅਸਲੀ ਰੰਗ ਹੀ ਨਹੀਂ ਪਤਾ ਲੱਗਦਾ। ਪਰ ਜਦੋਂ ਉਹਨਾਂ ਨੂੰ ਪਾਣੀ ਨਾਲ, ਸਾਬਣ ਨਾਲ ਅਸੀਂ ਸਾਫ਼ ਕਰ ਲੈਂਦੇ, ਉਜਲ ਹੋ ਜਾਂਦੇ ਨੇ। ਜੈਸੇ ਤੋਂ ਸਰਵਾਰ ਕੇ ਅਸ਼ਾਧਿਓ ਜਲ, ਝੋਲ ਕੀਏ ਨਿਰਮਲ ਦੇਖੀਏ ਅਛੋਤ ਹੈ। ਜਿਵੇਂ ਸਰੋਵਰ ਦੇ ਉੱਪਰ ਜਾਲਾ ਆ ਜਾਏ, ਪਾਣੀ ਢੱਕਿਆ ਜਾਏ, ਨਜ਼ਰ ਨਹੀਂ ਆਉਂਦਾ। ਪਰ ਜਦੋਂ ਅਸੀਂ ਹੱਥ ਨਾਲ ਪਰੇ ਕਰ ਲੈਂਦੇ ਨਾ, ਉਹ ਕੱਖ ਕਾਨ ਜੇ ਆ ਜਾਲਾ, ਅੰਦਰੋਂ ਪਾਣੀ ਨਿਕਲ ਆਉਂਦਾ। ਜੈਸੇ ਨਿਸ ਅੰਧਕਾਰ ਤਾਰ ਕਾ ਚਮਤਕਾਰ ਹੋਤ, ਉਜਿਆਰੋ ਦਿਨ ਕਰ ਕੈ ਅਦੋਤ ਹੈ। ਰਾਤ ਹੁੰਦੀ ਹੈ, ਰਾਤ ਨੂੰ ਜੇ ਆ ਲਾਈਟਾਂ ਨਾ ਹੋਣ, ਕੁਝ ਵੀ ਨਜ਼ਰ ਨਾ ਆਏ, ਹਨੇਰੇ ਦੇ ਅੰਦਰ ਐਵੇਂ ਲੱਗਦਾ ਜਿਵੇਂ ਹੈ ਹੀ ਕੁਝ ਨਹੀਂ ਹੈ। ਕੋਈ ਦਰਖਤ, ਕੋਈ ਫਲ ਬੂਟੇ, ਕੋਈ ਬਿਲਡਿੰਗਾਂ ਨਜ਼ਰ ਨਹੀਂ ਆਉਂਦੀਆਂ ਹਨੇਰੇ 'ਚ। ਪਰ ਜਦੋਂ ਸੂਰਜ ਚੜ੍ਹਦਾ ਹੈ ਤੇ ਸਭ ਕੁਝ ਸਾਨੂੰ ਨਜ਼ਰ ਆ ਜਾਂਦਾ ਹੈ, ਜਗਮਗਾ ਜਾਂਦੀ ਹੈ ਦੁਨੀਆ। ਕਹਿੰਦੇ ਕਿ ਬਿਲਕੁਲ ਇਸੇ ਤਰ੍ਹਾਂ ਇਹ ਸਾਡਾ ਮਨ ਜਿਹੜਾ ਹੈ ਨਾ, ਇਹ ਤੈਸੇ ਮਨ ਮੋਹ ਮਾਇਆ ਮਿਲ ਹੋਤ ਹੈ ਮਲੀਨ। ਮਾਇਆ ਨਾਲ ਜੁੜ ਕੇ, ਮੋਹ ਮਾਇਆ ਵਿੱਚ ਪੈ ਕੇ ਮਨ ਅੰਦਰੋਂ ਮੈਲਾ ਹੋ ਗਿਆ, ਮਨ ਆਪਣੇ ਅਸਲੀ ਰੂਪ ਨਾਲ ਟੁੱਟ ਗਿਆ। ਕਹਿਣ ਲੱਗੇ ਜਿਸ ਵੇਲੇ ਇਹ ਗੁਰੂ ਦੇ ਗਿਆਨ ਨੂੰ ਗ੍ਰਹਿਣ ਕਰਦਾ ਹੈ, ਗੁਰਮਤਿ ਗਿਆਨ ਧਿਆਨ ਜਗਮਗ ਜੋਤ ਹੈ। ਗੁਰੂ ਦੀ ਮੱਤ ਰਾਹੀਂ, ਗੁਰੂ ਦੇ ਦੱਸੇ ਗਿਆਨ ਅਨੁਸਾਰ ਪ੍ਰਮਾਤਮਾ ਦੇ ਪਿਆਰ ਵਿੱਚ ਜੁੜ ਕੇ ਇਹਦੇ ਅੰਦਰ ਰੱਬੀ ਜੋਤ ਜਗਮਗਾ ਉੱਠਦੀ ਹੈ। ਅੰਦਰੋਂ ਹੀ ਪ੍ਰਮਾਤਮਾ ਦੇ ਦੀਦਾਰ ਹੋ ਜਾਂਦੇ ਨੇ। ਅੰਦਰੋਂ ਹੀ ਜਿਸ ਵੇਲੇ ਪ੍ਰਮਾਤਮਾ ਦੇ ਦੀਦਾਰ ਹੋ ਗਏ, ਸਾਹਿਬ ਕਹਿੰਦੇ ਦੇਖ ਚਰਿਤ੍ਰ ਭਈ ਹਉ ਬਿਸਮਨ। ਗੁਰੂ ਦੀ ਬਖਸ਼ਿਸ਼ ਸਦਕਾ ਮੈਂ ਜਦੋਂ ਰੱਬ ਦੇ ਚੋਜ ਦੇਖੇ, ਅੰਦਰੋਂ ਹੀ ਮੈਂ ਪ੍ਰਮਾਤਮਾ ਨੂੰ ਦੇਖ ਲਿਆ, ਇੱਕ ਕੌਤਕ ਦੇਖਿਆ ਤੇ ਬਿਸਮਾਦ ਵਿੱਚ ਚਲਿਆ ਗਿਆ ਕਿ ਜਿਸ ਪ੍ਰਮਾਤਮਾ ਨੂੰ ਬਾਹਰ ਲੱਭਦੇ ਹੋ ਤੇ ਅੰਦਰ ਹੀ ਬੈਠਾ। ਗੁਰ ਸਤਿਗੁਰ ਪੁਰਖ ਮਿਲਾਈ, ਇਹ ਜਿਹੜੀ ਮੇਰੇ ਮਨ ਦੀ ਪੀੜਾ ਸੀ, ਮੇਰੇ ਮਨ ਦੀ ਜਿਹੜੀ ਤੜਫ ਸੀ, ਇਹਦੇ ਵਿੱਚੋਂ ਕੱਢਣ ਲਈ ਗੁਰੂ ਮਦਦਗਾਰ ਬਣਿਆ। ਗੁਰੂ ਨੇ ਮੈਨੂੰ ਉਸ ਪ੍ਰਮਾਤਮਾ ਨਾਲ ਮਿਲਾ ਦਿੱਤਾ, ਪ੍ਰਮਾਤਮਾ ਦੇ ਦੀਦਾਰ ਕਰਾ ਦਿੱਤੇ। ਹੁਣ ਪ੍ਰਭ ਰੰਗ ਦਿਆਲ ਮੋਏ ਗ੍ਰਹਿ ਮੈਂ ਪਾਇਆ। ਉਹ ਪ੍ਰਮਾਤਮਾ ਜਿਹੜਾ ਖੁਸ਼ੀਆਂ ਦਾ ਘਰ ਹੈ, ਜਿਹਦੇ ਘਰ 'ਚ ਆਨੰਦ ਹੈ, ਜਿਹੜਾ ਦਇਆ ਦਾ ਸਰੂਪ ਹੈ, ਦਇਆ ਦਾ ਸਮੁੰਦਰ ਹੈ। ਮਨੁੱਖ ਜਿੱਥੇ ਚਾਹੁੰਦਾ ਹੈ ਕਿ ਸੁੱਖ ਸਾਰੇ ਮਿਲ ਜਾਣ, ਉਹ ਪ੍ਰਮਾਤਮਾ ਕੋਲੋਂ ਮਿਲਣੇ ਨੇ। ਤੇ ਮਨੁੱਖ ਜਿੱਥੇ ਇਹ ਚਾਹੁੰਦਾ ਹੈ ਕਿ ਮੇਰੀਆਂ ਸਾਰੀਆਂ ਦੁਨਿਆਵੀ ਲੋੜਾਂ, ਸਹੂਲਤਾਂ ਪੂਰੀਆਂ ਹੋਈ ਜਾਣ, ਤੇ ਇਹ ਕਦੀ ਵਿਛੜਨਾ, ਇਹ ਕਦੀ ਜਾਣਨਾ, ਇਹ ਅਵਸਥਾ ਕੇਵਲ ਪ੍ਰਮਾਤਮਾ ਦੇ ਪਿਆਰ 'ਚ ਹੀ ਹੈ। ਸਤਿਗੁਰੂ ਜੀ ਨੇ ਬਾਣੀ 'ਚ ਕਿਹਾ ਨਾ, ਜੋ ਹਰ ਕੰਤ ਮਲਾਈਆ ਸੇ ਵਿਛੜ ਕਤੇ ਨ ਜਾਏ। ਦੁਨੀਆ ਦੇ ਜਿੰਨੇ ਰੁਤਬੇ ਆਪਣੇ ਯਤਨ ਦੇ ਨਾਲ ਅਸੀਂ ਪ੍ਰਾਪਤ ਕਰ ਵੀ ਲਵਾਂਗੇ ਨਾ, ਉਹਨਾਂ ਨੂੰ ਹਮੇਸ਼ਾ ਚਲੇ ਜਾਣ ਦਾ ਡਰ ਬਣਿਆ ਰਹੇਗਾ। ਆਪਾਂ ਦੇਖਦੇ ਹੀ ਹਾਂ ਰੁਤਬਿਆਂ ਵਾਲਿਆਂ ਵੱਲ, ਉਹਨਾਂ ਨੂੰ ਚਿੰਤਾ ਹੀ ਲੱਗੀ ਰਹਿੰਦੀ ਹੈ। ਦੁਨੀਆ ਦੇ ਜਿੰਨੇ ਪਦਾਰਥ ਅਸੀਂ ਇਕੱਠੇ ਕਰ ਲਵਾਂਗੇ, ਨਿਤ ਅੰਦਰ ਇੱਕ ਡਰ ਹੋਏਗਾ ਕਿ ਇਹ ਕਿਤੇ ਗਵਾਚ ਨਾ ਜਾਣ, ਇਹ ਕਿਤੇ ਮੁੱਕ ਨਾ ਜਾਣ, ਇਹ ਕਿਤੇ ਸਾਡੇ ਕੋਲ ਕੋ ਖੋਹ ਕੇ ਨਾ ਲੈ ਜਾਏ। ਜਿੰਨੇ ਬਾਹਰੀ ਪਦਾਰਥਾਂ ਦੇ ਰਾਹੀਂ ਅਸੀਂ ਸੁੱਖ ਪ੍ਰਾਪਤ ਕਰਨ ਦਾ ਯਤਨ ਕਰਦੇ ਹਾਂ, ਉਨੀਆਂ ਹੀ ਚਿੰਤਾਵਾਂ ਨਾਲ ਆਈਆਂ ਜਾਂਦੀਆਂ ਨੇ ਕਿ ਕਿਤੇ ਜੋ ਕੁਝ ਮਿਲਿਆ ਚਲਿਆ ਨਾ ਜਾਏ। ਤੇ ਜੇ ਇਸ ਚਿੰਤਾ ਤੋਂ ਮੁਕਤ ਹੋ ਕੇ ਸਦੀਵੀ ਸੁੱਖ ਮੰਨਣਾ ਹੈ, ਤੇ ਸਤਿਗੁਰੂ ਜੀ ਕਹਿੰਦੇ ਉਹ ਇੱਕੋ ਇੱਕ ਟਿਕਾਣਾ ਹੈ ਪ੍ਰਮਾਤਮਾ। ਜੋ ਹਰ ਕੰਤ ਮਿਲਾਈ ਐਸੇ ਵਿਛੜ ਕਤੇ ਨਾ ਜਾਏ। ਜਿਨ੍ਹਾਂ ਨੂੰ ਇੱਕ ਵਾਰੀ ਪ੍ਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਜਾਂ ਮਿਲ ਗਏ ਜਿਹੜੇ, ਉਹ ਮੁੜ ਕੇ ਪ੍ਰਮਾਤਮਾ ਤੋਂ ਦੂਰ ਨਹੀਂ ਹੁੰਦੇ। ਪ੍ਰਮਾਤਮਾ ਸਰਵ ਵਿਆਪਕ ਹੈ, ਪ੍ਰਮਾਤਮਾ ਸਾਡੇ ਅੰਦਰ ਹੈ। ਜਿਵੇਂ ਧਰਮ ਦੀ ਦੁਨੀਆ 'ਚ ਅਸੀਂ ਕਹਾਣੀਆਂ ਨਹੀਂ ਸੁਣਦੇ ਕਿ ਕਿਸੇ ਨੂੰ ਇੱਕ ਵਾਰੀ ਜੀ ਪ੍ਰਮਾਤਮਾ ਮਿਲਿਆ ਸੀ, ਇਹਦਾ ਮਤਲਬ ਮੁੜ ਕੇ ਵਿਛੜ ਗਿਆ। ਪਰਮਾਤਮਾ ਇੱਕ ਵਾਰੀ ਮਿਲ ਜਾਏ ਤੇ ਵਿਛੜਦਾ ਨਹੀਂ। ਪਰਮਾਤਮਾ ਕੀ ਹੈ? ਪਰਮਾਤਮਾ ਤੇ ਸਾਡੇ ਮਨੁੱਖ ਦੀ ਇੱਕ ਅਵਸਥਾ ਹੈ, ਮਨੁੱਖ ਦੇ ਜੀਵਨ ਦੀ ਇੱਕ ਸ਼ੈਲੀ ਹੈ, ਇੱਕ ਪੱਧਰ ਹੈ, ਜਿੱਥੇ ਜਦੋਂ ਮਨੁੱਖ ਪਹੁੰਚਦਾ ਤੇ ਦੁਨੀਆ ਕਹਿੰਦੀ ਇਹ ਤੇ ਬੰਦਾ ਰੱਬ ਹੀ ਹੈ, ਇਹ ਤੇ ਬੰਦਾ ਰੱਬ ਵਰਗਾ ਹੈ। ਉਹਦੇ ਬੋਲਾਂ 'ਚ ਪਰਮਾਤਮਾ ਦਾ ਪਿਆਰ ਆ ਜਾਂਦਾ ਹੈ,
ਉਹਦੇ ਨੇਤਰਾਂ 'ਚ ਪਿਆਰ ਆ ਜਾਂਦਾ ਹੈ, ਉਹਦੇ ਹੱਥ ਮਨੁੱਖਤਾ ਤੇ ਪਰਉਪਕਾਰ ਕਰਦੇ ਨੇ, ਉਹਦੇ ਮਨ ਵਿੱਚ ਮਨੁੱਖਤਾ ਦੀ ਦਇਆ ਆ ਜਾਂਦੀ ਹੈ, ਰਹਿਮ ਆ ਜਾਂਦਾ ਹੈ, ਪਰਉਪਕਾਰ ਆ ਜਾਂਦਾ ਹੈ। ਤੇ ਜੋ ਇੱਕ ਵਾਰੀ ਪ੍ਰਮਾਤਮਾ 'ਚ ਮਿਲ ਗਿਆ, ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ 'ਚ ਬਚਨ ਗਿਆ ਕਿ ਸਾਡਾ ਇਹ ਮਨ ਉਸ ਪ੍ਰਮਾਤਮਾ ਦੀ ਖਾਤਰ, ਦੇਖੋ ਸੁੱਖਾਂ ਦੀ ਖਾਤਰ ਕਦੀ ਕਿਤੇ ਭਟਕਦਾ ਹੈ, ਕਦੀ ਕਿਤੇ ਭਟਕਦਾ ਹੈ, ਪਰ ਜੇ ਕਿਤੇ ਸਾਡਾ ਮਨ ਸਤ ਸੰਗਤ ਵਿੱਚ ਆ ਜਾਏ, ਕਬਹੂ ਸਾਧ ਸੰਗਤਿ ਪਾਵੇ, ਉਸ ਸਥਾਨ ਤੇ ਬੌਰ ਨਾ ਜਾਵੇ। ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ਼। ਇਹ ਕਿਤੇ ਸਤ ਸੰਗਤ ਵਿੱਚ ਆ ਜਾਏ ਨਾ, ਸਤ ਸੰਗਤ ਵਿੱਚ ਆ ਕੇ ਇਹਨੂੰ ਚਾਨਣ ਮਿਲੇਗਾ, ਸੋਝੀ ਮਿਲੇਗੀ। ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਲਈ ਗਿਆਨ ਦੀ ਲੋੜ ਹੈ, ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ ਕਿ ਮੈਂ ਭੁੱਖਾ ਰਵਾਂਗਾ ਰੱਬ ਮਿਲ ਜਾਏਗਾ, ਜਾਂ ਮੈਂ ਸਰੀਰ ਨੂੰ ਕਸ਼ਟ ਦੇਵਾਂਗਾ ਰੱਬ ਮਿਲ ਜਾਏਗਾ। ਪਰਮਾਤਮਾ ਕਦੀ ਨਹੀਂ ਕਹਿੰਦਾ ਸਰੀਰ ਨੂੰ ਕਸ਼ਟ ਦੇਵੇ, ਸਰੀਰ ਕਸ਼ਟ ਦੇਣ ਲਈ ਥੋੜ੍ਹਾ ਰੱਬ ਨੇ ਬਣਾਇਆ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਸਰੀਰ ਦੀ ਬਹੁਤ ਵਡਿਆਈ ਕੀਤੀ ਹੈ। ਸਰੀਰ ਇਹ ਮਨੁੱਖਾ ਦੇਹੀ ਅਮੋਲਕ ਹੈ, ਤੇ ਸਤਿਗੁਰੂ ਜੀ ਕਹਿੰਦੇ ਇਸ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ ਹੈ, ਲੋੜ ਤੇ ਕੇਵਲ ਜ਼ਿੰਦਗੀ ਅੰਦਰ ਗਿਆਨ ਦੀ ਹੈ। ਜਦੋਂ ਗਿਆਨ ਮਿਲ ਗਿਆ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ਼। ਜਦੋਂ ਮਨੁੱਖ ਦੇ ਅੰਦਰ ਚਾਨਣ ਹੁੰਦਾ ਹੈ ਨਾ, ਅੰਦਰ ਪ੍ਰਗਾਸ ਹੋ ਜਾਂਦਾ ਹੈ। ਦੇਖੋ ਦੁਨੀਆ ਦਾ ਧਨ ਤੁਹਾਡੇ ਕੋਲ ਖੋਇਆ ਜਾ ਸਕਦਾ ਹੈ, ਉਹ ਗਵਾ ਸਕਦਾ ਹੈ, ਦੁਨੀਆ ਦੇ ਰੁਤਬੇ ਗਵਾ ਸਕਦੇ ਨੇ, ਚਲੇ ਜਾ ਸਕਦੇ ਨੇ, ਦੁਨੀਆ ਦੇ ਰਿਸ਼ਤੇਦਾਰ ਸਾਡਾ ਸਾਥ ਛੱਡ ਸਕਦੇ ਨੇ, ਪਰ ਜਦੋਂ ਅੰਦਰੋਂ ਤੁਹਾਨੂੰ ਵਿਵੇਕ ਮਤ ਮਿਲ ਜਾਏ, ਪ੍ਰਗਾਸ ਹੋ ਜਾਏ, ਉਹਨੂੰ ਕੋਈ ਖੋ ਨਹੀਂ ਸਕਦਾ, ਉਹ ਗਵਾਚਦੀ ਨਹੀਂ ਹੈ। ਉਹ ਤੇ ਫਿਰ ਹਮੇਸ਼ਾ ਮਨੁੱਖ ਉਹਦੀ ਰੋਸ਼ਨੀ 'ਚ ਵਿਚਰਦਾ। ਫਿਰ ਕੀ ਹੁੰਦਾ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਜਿਵੇਂ ਪਾਣੀ ਪਾਣੀ ਵਿੱਚ ਸਮਾ ਜਾਂਦਾ ਹੈ, ਜਿਵੇਂ ਜੋਤ ਜੋਤ ਵਿੱਚ ਲੀਨ ਹੋ ਜਾਂਦੀ ਹੈ, ਤਿਵੇਂ ਮਨੁੱਖ ਪਰਮਾਤਮਾ 'ਚ ਅਭੇਦ ਹੋ ਜਾਂਦਾ ਹੈ, ਓਤ ਪੋਤ ਹੋ ਜਾਂਦਾ ਹੈ, ਉੱਠਦਿਆਂ ਬੈਠਦਿਆਂ ਸੁੱਤਿਆਂ ਜਾਗਦਿਆਂ ਪਰਮਾਤਮਾ 'ਚ ਲੀਨ ਰਹਿੰਦਾ। ਇਹ ਥੋੜੋ ਕਿ ਪਰਮਾਤਮਾ ਕੋਈ ਵਿਅਕਤੀ ਹੈ, ਪਰਮਾਤਮਾ ਕੋਈ ਵਸਤੂ ਹੈ, ਕਦੀ ਦੇਖੀ ਤੇ ਕਦੀ ਨਾ ਦੇਖੀ, ਇਹ ਨਹੀਂ ਹੈ। ਪਰਮਾਤਮਾ ਇੱਕ ਅਵਸਥਾ ਹੈ, ਜਿੱਥੇ ਪਹੁੰਚ ਕੇ ਮਨੁੱਖ ਪਰਮਾਤਮਾ ਵਰਗਾ ਬਣ ਜਾਂਦਾ ਹੈ। ਜਿਵੇਂ ਪਾਣੀ ਪਾਣੀ ਸਮਾ ਜਾਂਦਾ ਹੈ, ਮਨੁੱਖ ਪਰਮਾਤਮਾ ਸਮਾ ਜਾਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਇਹ ਦਾਤ ਉਹਨਾਂ ਨੂੰ ਮਿਲਦੀ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਜਿਨ੍ਹਾਂ ਤੇ ਗੁਰੂ ਨੇ ਬਖਸ਼ਿਸ਼ ਕੀਤੀ, ਉਹਨਾਂ ਨੇ ਜੁਗਤ ਆ ਗਈ, ਉਹ ਗੋਬਿੰਦ ਵਿੱਚ, ਪ੍ਰਭੂ ਵਿੱਚ ਇਵੇਂ ਲਿਵਲੀਨ ਹੋ ਗਏ ਜਿਵੇਂ ਪਾਣੀ ਪਾਣੀ ਵਿੱਚ ਸਮਾ ਜਾਂਦਾ ਹੈ, ਅਭੇਦ ਹੋ ਜਾਂਦਾ ਹੈ, ਤਿਵੇਂ ਉਹ ਪ੍ਰਮਾਤਮਾ 'ਚ ਅਭੇਦ ਹੋ ਜਾਂਦੇ, ਜੋਤੀ ਜੋਤ ਰਲੀ ਦੀ ਅਵਸਥਾ ਨੂੰ ਪਹੁੰਚ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਪ੍ਰਭ ਰੰਗ ਦਇਆਲ ਮੋਹਿ ਗ੍ਰਹਿ ਮੈਂ ਪਾਇਆ, ਜਨ ਨਾਨਕ ਤਪਤ ਬੁਝਾਈ। ਉਹ ਵਾਹਿਗੁਰੂ ਜੀ ਜਿਹੜਾ ਖੁਸ਼ੀਆਂ ਦਾ ਘਰ ਹੈ, ਸਰੂਪ ਹੈ ਪਰਮਾਤਮਾ। ਦਇਆਲ ਦਾ ਅਰਥ ਦਇਆ ਦਾ ਘਰ, ਆਲ ਕਹਿੰਦੇ ਨੇ ਘਰ ਨੂੰ, ਦਇਆ ਆਲ ਦਾ ਅਰਥ ਹੈ ਦਇਆ ਦਾ ਘਰ। ਉਹ ਦਇਆ ਦਾ ਘਰ, ਉਹ ਖੁਸ਼ੀਆਂ ਦਾ ਸਰੂਪ ਪਰਮ ਪਿਤਾ ਪਰਮਾਤਮਾ, ਜਿਹਦੇ ਘਰ 'ਚ ਆਨੰਦ ਹੀ ਆਨੰਦ ਹੈ। ਉਹਨੂੰ ਮੈਂ ਘਰ 'ਚੋਂ ਹੀ ਲੱਭ ਲਿਆ, ਮੇਰੇ ਹਿਰਦੇ 'ਚੋਂ ਮੈਨੂੰ ਮਿਲ ਗਿਆ। ਪਰ ਕਦੋਂ ਮਿਲਿਆ? ਜਦੋਂ ਗੁਰ ਸਤਿਗੁਰ ਪੁਰਖ ਮਿਲਾਈ। ਜ਼ਿੰਦਗੀ 'ਚ ਮੈਂ ਗੁਰੂ ਕੀ ਹਜ਼ੂਰੀ 'ਚ ਆਇਆ, ਗੁਰੂ ਨੇ ਬਖਸ਼ਿਸ਼ ਕੀਤੀ, ਗੁਰੂ ਨੇ ਮੈਨੂੰ ਉਸ ਪਰਮਾਤਮਾ ਦੀ ਸੋਝੀ ਦਿੱਤੀ, ਗਿਆਨ ਦਿੱਤਾ। ਸਤਿਗੁਰੂ ਜੀ ਗੁਰਬਾਣੀ 'ਚ ਕਹਿੰਦੇ ਕਿ ਰੱਬ ਵਾਲੇ ਬੰਨੇ ਲੱਗੋ ਭਾਈ, ਲੱਗਣਾ ਚਾਹੀਦਾ ਹੈ, ਰੱਬ ਦੀ ਸੇਵਾ ਕਰਨੀ ਚਾਹੀਦੀ ਹੈ, ਹੋਰ ਧਰਮ ਕੰਮ ਕਰਨਾ ਚਾਹੀਦਾ ਹੈ, ਪਰ ਉਹਦੇ ਲਈ ਅਕਲ ਦੀ ਲੋੜ ਹੈ। ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੂਝੀਏ, ਅਕਲੀ ਕੀਚੈ ਦਾਨ। ਉਹ ਸਾਹਿਬ ਦੀ ਸੇਵਾ ਕਰਨੀ ਤੇ ਉਹਦੇ ਲਈ ਅਕਲ ਦੀ ਲੋੜ ਹੈ। ਉਹ ਇਹ ਨਹੀਂ ਕਿ ਮੈਂ ਹੱਠ ਕਰਕੇ ਬੈਠਾਂਗਾ, ਅੱਖਾਂ ਮੀਟ ਕੇ ਤੇ ਰੱਬ ਮੈਨੂੰ ਮਿਲ ਜਾਏਗਾ। ਮੁਬਾਰਕ ਹੈ ਜਿਹੜਾ ਬੈਠਦਾ, ਬਈ ਜੇ ਮਿਲ ਜੇ ਤੇ ਚੰਗੀ ਗੱਲ ਹੈ। ਪਰ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਮਾਰਗ ਦਿੱਤਾ ਹੈ ਕਿ ਉਸ ਪ੍ਰਮਾਤਮਾ ਨੂੰ ਮਿਲਣ ਦੇ ਲਈ ਕੋਈ ਘਰ ਛੱਡਣ ਦੀ ਲੋੜ ਨਹੀਂ ਹੈ, ਕੋਈ ਜੰਗਲਾਂ 'ਚ ਜਾ ਕੇ ਭਟਕਣ ਦੀ ਲੋੜ ਨਹੀਂ ਹੈ, ਕੋਈ ਸਰੀਰ ਨੂੰ ਖੇਚਲ ਦੇਣ ਦੀ ਲੋੜ ਨਹੀਂ, ਕੋਈ ਭੁੱਖਿਆ ਰਹਿਣ ਦੀ ਲੋੜ ਨਹੀਂ, ਕੋਈ ਖਰਚ ਖਰਚਾ ਕਰਨ ਦੀ ਲੋੜ ਨਹੀਂ। ਕਿਉਂਕਿ ਰੱਬ ਦੇ ਨਾਂ ਤੇ ਆਪਾਂ ਦੇਖਦੇ ਤੇ ਕਿੰਨੀ ਲੁੱਟ ਖਸੁੱਟ ਦੀ ਹੋ ਰਹੀ ਹੈ। ਮਨੁੱਖ ਦੀ ਦਸਾਂ ਨੌਵਾਂ ਦੀ ਕਿਰਤ ਨੂੰ ਰੱਬ ਦੇ ਨਾਂ ਤੇ ਬਹੁਤਾ ਲੁੱਟਿਆ ਜਾਂਦਾ। ਕੁਝ ਸਰਕਾਰਾਂ ਲੁੱਟ ਲੈਂਦੀਆਂ, ਕੁਝ ਧਾਰਮਿਕ ਲੋਕ ਲੁੱਟ ਲੈਂਦੇ ਨੇ। ਮਨੁੱਖ ਕਿਰਤੀ ਵਿਚਾਰਾ ਤੇ ਸਾਰੀ ਜ਼ਿੰਦਗੀ ਆਪਣੀ ਦੌੜ ਭੱਜੀ ਕਰਦਾ ਰਹਿੰਦਾ। ਚਾਹੀਦਾ ਤਾਂ ਸੀ ਜਿੰਨੀ ਮਿਹਨਤ ਮਨੁੱਖ ਕਰਦਾ ਹੈ, ਸਮਾਜ ਬੜਾ ਵਧੀਆ ਬਣ ਜਾਂਦਾ। ਰੱਬ ਦੇ ਨਾਂ ਤੇ ਲਾਰੇ ਲਾਉਣ ਵਾਲਿਆਂ ਦੇ ਵੱਡੇ ਵੱਡੇ ਅਸਥਾਨ, ਮਹਿੰਗੇ ਮਹਿੰਗੇ ਉਹਨਾਂ ਦੇ ਅਸਥਾਨ,
ਪਰ ਜਿਨ੍ਹਾਂ ਨੇ ਰੱਬ ਨੂੰ ਮਿਲਣਾ ਉਹ ਵਿਚਾਰੇ ਤਰਸਦੇ ਹੀ ਰਹਿੰਦੇ ਨੇ। ਗੁਰਮਤਿ ਨੇ ਇਸ ਭਰਮ ਤੋਂ ਮੁਕਤ ਕੀਤਾ ਕਿ ਰੱਬ ਨੂੰ ਮਿਲਣ ਦੇ ਲਈ ਕਿਸੇ ਭਟਕਣਾ 'ਚ ਪੈਣ ਦੀ ਲੋੜ ਨਹੀਂ ਹੈ। ਰੱਬ ਨੂੰ ਮਿਲਣਾ ਤੇ ਗਿਆਨ ਦੀ ਲੋੜ ਹੈ, ਗਿਆਨ ਦੀ। ਮਤਾਂ ਸੋਚੋ ਕੋ ਤੁਹਾਡੇ ਸਿਰ ਤੇ ਹੱਥ ਰੱਖੇਗਾ ਤੇ ਰੱਬ ਪ੍ਰਗਟ ਹੋ ਜਾਏਗਾ, ਇੱਕ ਭਰਮ ਹੈ। ਮਤਾਂ ਸੋਚੋ ਕਿ ਕਿਸੇ ਥਾਂ ਤੇ ਕਈ ਵਾਰੀ ਜਾਵਾਂਗੇ ਤੇ ਰੱਬ ਮਿਲ ਜਾਏਗਾ। ਰੱਬ ਕਿਸੇ ਥਾਂ ਤੇ ਨਹੀਂ ਬੈਠਾ ਹੋਇਆ। ਗੁਰਮਤਿ ਨੇ ਤੇ ਭਰਮ ਦੂਰ ਕਰ ਦਿੱਤੇ ਕਿ ਦੱਖਣ ਦੇਸ ਹਰੀ ਕਾ ਬਾਚਾ ਪੱਛਮ ਅਲੋਮ ਕੰਮ। ਤੁਸੀਂ ਕਹਿੰਦੇ ਦੱਖਣ 'ਚ ਰੱਬ ਕਹਿੰਦਾ, ਕੋਈ ਕਹਿੰਦਾ ਪੱਛਮ ਵਿੱਚ ਰੱਬ ਰਹਿੰਦਾ, ਕੋਈ ਕਹਿੰਦਾ ਪੂਰਬ ਵਿੱਚ ਰੱਬ ਰਹਿੰਦਾ। ਤੇ ਭਗਤ ਜੀ ਕਹਿੰਦੇ ਅਵਰ ਮੁਲਕ ਕੇਰਾ, ਬਾਕੀ ਦੁਨੀਆ ਕਿਹਦੀ ਹੈ ਭਈ? ਜੇ ਰੱਬ ਦੱਖਣ 'ਚ ਰਹਿੰਦਾ ਤੇ ਬਾਕੀ ਦੁਨੀਆ ਕਿਹਦੀ ਹੈ? ਜੇ ਪੱਛਮ 'ਚ ਹੈ ਤੇ ਬਾਕੀ ਥਾਵਾਂ ਤੇ ਕੌਣ ਰਹਿੰਦਾ? ਜੇ ਰੱਬ ਕੱਲਾ ਧਰਮ ਸਥਾਨਾਂ ਤੇ ਬਾਕੀ ਥਾਵਾਂ ਤੇ ਕੌਣ ਰਹਿੰਦਾ? ਰੱਬ ਤਾਂ ਸਰਬ ਵਿਆਪਕ ਹੈ। ਰੱਬ ਨੇ ਤਾਂ ਇਸ ਦੁਨੀਆ 'ਚ ਹੀ ਆਪਣਾ ਆਸਣ ਬਣਾਇਆ ਹੋਇਆ ਹੈ। ਘਟ ਘਟ ਮੈਂ ਹਰ ਜੂ ਬਸੈ ਸੰਤਨ ਕੇ ਉਪਕਾਰ। ਹਰ ਮਨੁੱਖ ਦੇ ਅੰਦਰ ਰੱਬ ਹੈ, ਹਰ ਮਨੁੱਖ ਰੱਬ ਦੀ ਅੰਸ਼ ਹੈ। ਉਸ ਆਪਣੇ ਰੱਬੀ ਸੁਭਾਅ ਨੂੰ ਜਾਣਨ ਦੀ ਲੋੜ ਹੈ। ਉਹ ਜਿਹੜਾ ਸਾਡੇ ਅੰਦਰੋਂ ਸਾਡਾ ਅਸਲੀ ਸੁਭਾਅ, ਜਿਹੜਾ ਰੱਬੀ ਸੁਭਾਅ, ਉਹ ਜਿਹੜਾ ਅੰਦਰ ਢਕਿਆ ਗਿਆ ਹੈ ਨਾ ਔਗੁਣਾਂ ਨਾਲ, ਬੁਰਾਈਆਂ ਨਾਲ, ਦੁਨੀਆ ਦੇ ਪ੍ਰਭਾਵ ਦੇ ਨਾਲ, ਉਹ ਦੁਨੀਆ ਦੇ ਪ੍ਰਭਾਵ ਨੂੰ ਉਤਾਰਨ ਦੀ ਲੋੜ ਹੈ। ਉਹ ਉਤਰੇਗਾ ਗਿਆਨ ਦੇ ਰਾਹੀਂ। ਜਦੋਂ ਅਸੀਂ ਗੁਰੂ ਕੇ ਗਿਆਨ ਰਾਹੀਂ ਜ਼ਿੰਦਗੀ 'ਚ ਕਰਮ ਕਰਨੇ ਸ਼ੁਰੂ ਕਰਾਂਗੇ, ਜਿੰਨਾ ਜਿੰਨਾ ਗੁਰੂ ਕੇ ਗਿਆਨ ਨਾਲ ਜੁੜਦੇ ਜਾਵਾਂਗੇ, ਉਹਨਾਂ ਸਾਡੇ ਅੰਦਰੋਂ ਉਹ ਡਸਟ ਮਿਟਦੀ ਚਲੀ ਜਾਏਗੀ। ਸਾਡਾ ਮਨ ਨਿਰਮਲ ਹੁੰਦਾ ਜਾਏਗਾ। ਜਿੰਨਾ ਮਨ ਨਿਰਮਲ ਹੋ ਨਹੀਂ ਰੱਬ ਦੇ ਨੇੜੇ। ਜਦੋਂ ਮਨ ਨਿਰਮਲ ਹੋ ਗਿਆ, ਅਸੀਂ ਰੱਬ ਵਿੱਚ ਲਿਵਲੀਨ ਹੋ ਜਾਵਾਂਗੇ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਉਹ ਰਸਤਾ ਦਰਸਾ ਦਿੱਤਾ ਕਿ ਭਾਈ ਕਾਹੇ ਰੇ ਬਨ ਖੋਜਨ ਜਾਈ। ਜੰਗਲਾਂ 'ਚ ਕਿਉਂ ਜਾਂਦੇ ਹੋ? ਉਹ ਤੇ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਤੇ ਬਾਹਰ ਭੀਤਰ ਏਕੋ ਜਾਨੋ ਸੋ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾਂ ਚੀਨੇ ਮਿਟੇ ਨਾ ਭਰਮ ਕੀ ਕਾਈ। ਗੁਰੂ ਨੇ ਕਹਿਤਾ ਆਪਣੇ ਆਪ ਨੂੰ ਜਾਣਨ ਤੋਂ ਬਿਨਾ, ਪਹਿਚਾਨਣ ਤੋਂ ਬਿਨਾ, ਦੇਖਣ ਤੋਂ ਬਿਨਾ, ਪੜਚੋਲਣ ਤੋਂ ਬਿਨਾ ਸਾਡੇ ਅੰਦਰੋਂ ਭਰਮ ਨਹੀਂ ਮਿਟਣੇ। ਅਸੀਂ ਰੱਬ ਦੇ ਦੀਦਾਰ ਨਹੀਂ ਕਰ ਸਕਦੇ। ਗੁਰਬਾਣੀ ਆਪਣੇ ਆਪ ਨੂੰ ਵਿਚਾਰਨ ਦੀ ਗੱਲ ਕਰਦੀ, ਪੜਚੋਲਣ ਦੀ ਗੱਲ ਕਰਦੀ। ਬੰਦੇ ਖੋਜ ਦਿਲ ਹਰ ਰੋਜ਼। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਦਾ ਅਰਥ ਹੈ ਆਪਣੇ ਆਪ ਨੂੰ ਖੋਜਣਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਖਿਆਲ ਨਾਲ ਗਿਣਤੀਆਂ ਮਿਲਤੀਆਂ ਨਾਲ ਪੜ੍ਹਨੀ ਕਿ ਰੱਬ ਮਿਲ ਜਾਏਗਾ, ਇਹ ਗੁਰਮਤਿ ਦਾ ਮਾਰਗ ਨਹੀਂ ਹੈ ਭਾਈ। ਕੋਈ ਪੜ੍ਹਦਾ ਜੀ ਸਦਕੇ ਪੜ੍ਹੇ, ਅਸੀਂ ਕਿਸੇ ਨੂੰ, ਕਿਉਂਕਿ ਹਰ ਮਨੁੱਖ ਆਜ਼ਾਦ ਹੈ, ਕਿਸੇ ਨੂੰ ਰੋਕਣ ਦਾ ਸਾਨੂੰ ਕੋਈ ਅਧਿਕਾਰ ਨਹੀਂ ਹੈ। ਪਰ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਰਗ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ। ਗੁਰਬਾਣੀ ਪੜ੍ਹਦਿਆਂ ਇਹ ਸੋਚਿਆ ਕਰਕੇ ਗੁਰਬਾਣੀ ਕਹਿੰਦੀ ਕਿ ਕਿਆ ਗੁਰ ਕਹੇ ਕਰੇ ਹਮ ਕਹਾਂ। ਗੁਰੂ ਸਾਹਿਬ ਜੀ ਕੀ ਕਹਿੰਦੇ ਤੇ ਮੈਂ ਕੀ ਕਰਦਾ? ਹੁਣ ਗੁਰੂ ਸਾਹਿਬ ਜੀ ਸਾਨੂੰ ਕਿਸੇ ਬੰਨੇ ਜਾਣ ਲਈ ਕਹਿੰਦੇ, ਅਸੀਂ ਕਿਸੇ ਬੰਨੇ ਤੁਰੇ ਫਿਰਦੇ, ਤੇ ਸਾਡੀ ਰੱਬ ਦੇ ਨਾਲ ਸਾਂਝ ਕਿਵੇਂ ਬਣੇਗੀ? ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਮਨ ਨੂੰ ਖੋਜੋਗੇ, ਜਿੰਨਾ ਖੋਜੀ ਚਲੇ ਜਾਓਗੇ, ਜਿੰਨਾ ਆਪਣੇ ਅੰਦਰ ਦੀ ਪੜਚੋਲ ਕਰਦੇ ਜਾਓਗੇ, ਜਿੰਨਾ ਆਪਾਂ ਆਪ ਚੀਨਦੇ ਜਾਓਗੇ, ਉਨਾ ਹੀ ਤੁਸੀਂ ਰੱਬ ਦੇ ਨੇੜੇ ਹੁੰਦੇ ਜਾਓਗੇ। ਆਪਣੇ ਆਪ ਨੂੰ ਖੋਜਣ ਤੋਂ ਬਿਨਾਂ ਅੰਦਰੋਂ ਭਰਮ ਭਟਕਣਾ ਨਹੀਂ ਮਿਟਣੀ। ਤੇ ਗੁਰਬਾਣੀ ਆਪਣੇ ਆਪ ਨੂੰ ਖੋਜਣ ਦੀ ਗੱਲ ਕਰਦੀ ਹੈ। ਜਿੱਥੇ ਜਗਿਆਸੂ ਦੇ ਮਨ ਅੰਦਰ ਪ੍ਰਮਾਤਮਾ ਨੂੰ ਮਿਲਣ ਦੇ ਲਈ ਖਿੱਚ, ਪਿਆਸ, ਭੁੱਖ ਤੇ ਇੱਕ ਤੜਫ ਪੈਦਾ ਹੋਈ, ਉਹ ਤੜਫ ਕਿਸੇ ਤਰੀਕੇ ਨਾਲ ਬੁੱਝ ਨਹੀਂ ਸਕਦੀ, ਮਿਟ ਨਹੀਂ ਸਕਦੀ। ਸਤਿਗੁਰੂ ਸਾਹਿਬ ਜੀ ਕਹਿੰਦੇ ਉਸ ਤੜਫ ਨੂੰ ਮਿਟਾ ਦੇਵੇ ਨਾ ਕੋਈ, ਤੇ ਮੈਂ ਸਭ ਕੁਝ ਆਪਣਾ ਆਪ ਅਰਪਣ ਕਰ ਦੇਵਾਂਗਾ। ਉਸ ਤੜਫ ਨੂੰ ਕੇਵਲ ਗੁਰੂ ਮਿਟਾ ਸਕਦਾ ਹੈ, ਗੁਰੂ ਕੀ ਸੰਗਤ ਮਿਟਾ ਸਕਦੀ ਹੈ। ਜਦੋਂ ਗੁਰੂ ਕੋਲ ਆਏ, ਗੁਰੂ ਨੇ ਸਾਨੂੰ ਗਿਆਨ ਦਿੱਤਾ, ਉਹ ਪ੍ਰਮਾਤਮਾ ਤੇਰੇ ਅੰਦਰ ਵਸਿਆ ਹੋਇਆ, ਆਪਣੇ ਹਿਰਦੇ ਦੀ ਪੜਚੋਲ ਕਰ, ਆਪਣੇ ਅੰਦਰ ਝਾਤ ਮਾਰ। ਗੁਰੂ ਦੇ ਦੱਸੇ ਮਾਰਗ ਦੇ ਜਦੋਂ ਚੱਲੇ, ਫਿਰ ਦੇਖ ਚਰਿਤਰ ਭਈ ਹੋ ਬਿਸਮਨ। ਮੈਂ ਬਿਸਮਾਦ ਵਿੱਚ ਚਲਿਆ ਗਿਆ ਉਸ ਪ੍ਰਮਾਤਮਾ ਦੇ ਇਸ ਕੌਤਕ ਨੂੰ ਦੇਖ ਕੇ, ਚੋਜ ਨੂੰ ਦੇਖ ਕੇ। ਹਰ ਮਨੁੱਖ ਦੇ ਅੰਦਰ ਉਹ ਪ੍ਰਮਾਤਮਾ ਆਪਣੀ ਚੋਜ ਕਰ ਰਿਹਾ ਹੈ। ਪਰ ਕਿਉਂਕਿ ਸਾਡੀ ਸੁਰਤ ਬਾਹਰ ਮੁਖੀ ਹੈ, ਅਸੀਂ ਬਾਹਰ ਮੁਖੀ ਹੋ ਕੇ ਹਮੇਸ਼ਾ ਹੀ ਭਟਕ ਰਹੇ ਹਾਂ। ਜਦੋਂ ਅਸੀਂ ਅੰਤਰਮੁਖੀ ਹੋ ਜਾਵਾਂਗੇ, ਗੁਰਬਾਣੀ ਸਾਨੂੰ ਅੰਦਰ ਹੀ ਖੋਜਣ ਦੀ ਗੱਲ ਕਰਦੀ ਹੈ। ਉਹ ਪ੍ਰਮਾਤਮਾ ਦੇ ਦੀਦਾਰ ਫਿਰ ਅੰਦਰੋਂ ਬਾਹਰੋਂ ਸਾਨੂੰ ਸਾਰੇ ਥਾਵਾਂ ਤੋਂ ਨਜ਼ਰ ਆਉਣਗੇ। ਸਤਿਗੁਰੂ ਸਾਹਿਬ ਜੀ ਕਹਿੰਦੇ ਹੁਣ ਪ੍ਰਭ ਰੰਗ ਦਇਆਲ ਮੋਇ ਗ੍ਰੇ ਮੈਂ ਪਾਇਆ। ਉਹ ਦਿਆਲੂ, ਕਿਰਪਾਲੂ, ਖੁਸ਼ੀਆਂ ਦੇ, ਸੁੱਖਾਂ ਦੇ, ਆਨੰਦ ਦੇ ਘਰ ਪ੍ਰਮਾਤਮਾ ਨੇ ਆਪਣੇ ਘਰ ਚੋਂ ਹੀ ਪ੍ਰਾਪਤ ਕਰ ਲਿਆ। ਜਨ ਨਾਨਕ ਤਪਤ ਬੁਝਾਈ। ਤੇ ਹੁਣ ਤਾਂ ਇਹ ਭਾਈ ਮੇਰੇ ਅੰਦਰੋਂ ਉਹ ਤਪਤ ਸੀ ਨਾ, ਜਿਹੜੀ ਅੱਗ ਸੀ, ਉਹ ਮੁੱਕ ਗਈ। ਉਹ ਅੱਗ ਕਿਹੜੀ ਸੀ? ਪ੍ਰਮਾਤਮਾ ਦੇ ਦਰਸ਼ਨਾਂ ਦੀ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਸੀ, ਜਿਵੇਂ ਇੱਕ ਚਾਤਰਕ ਜਿਹੜਾ ਪਪੀਆ ਹੈ, ਜਿਹੜਾ ਇੱਕ ਬੂੰਦ ਲਈ ਵਿਲਕਦਾ ਸੀ,
ਉਹ ਮੇਰੇ ਅੰਦਰ ਜਿਹੜੀ ਤੜਪ ਸੀ ਨਾ, ਪਪੀਏ ਵਰਗੀ, ਮੱਛੀ ਵਰਗੀ ਇੱਕ ਤੜਪ, ਉਹ ਤੜਪ ਹੁਣ ਬੁਝ ਗਈ, ਉਹ ਅੱਗ ਹੁਣ ਬੁਝ ਗਈ। ਦੇਖੋ ਬਿਰਹੋਂ ਵੀ ਇੱਕ ਅੱਗ ਹੈ, ਜਿਸ ਮਨੁੱਖ ਦੇ ਅੰਦਰ ਬੜੇ ਉਹਨੂੰ ਅੰਦਰੋਂ ਸਾੜਦੀ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਇਸ ਅੱਗ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ, ਉਸ ਪਰਮਾਤਮਾ ਨੂੰ ਗੁਰੂ ਕੇ ਗਿਆਨ ਰਾਹੀਂ ਯਾਦ ਕਰੀਏ। ਸਤਿਗੁਰੂ ਜੀ ਨੇ ਗੁਰਬਾਣੀ 'ਚ ਵਾਰ-ਵਾਰ ਸਾਨੂੰ ਸੇਧ ਦਿੱਤੀ ਹੈ ਕਿ ਪਰਮਾਤਮਾ ਨੂੰ ਮਿਲਣ ਦੇ ਲਈ ਇੱਕੋ ਇੱਕ ਤਰੀਕਾ ਹੈ, ਗੁਰੂ ਕਾ ਗਿਆਨ। ਬਾਬਾ ਕਬੀਰ ਸਾਹਿਬ ਜੀ ਦਾ ਅੰਮ੍ਰਿਤ ਬਚਨ ਹੈ ਕਿ ਜਹਾਂ ਗਿਆਨ ਤੈ ਧਰਮ ਹੈ। ਜਿੱਥੇ ਗਿਆਨ ਹੈ ਨਾ, ਧਰਮ ਉੱਥੇ ਹੀ ਰਹਿ ਸਕਦਾ, ਕਮਾਇਆ ਜਾ ਸਕਦਾ। ਧਰਮ ਕੀ ਹੈ ਸਾਡੀ ਜ਼ਿੰਦਗੀ ਦਾ, ਜਿਹਨੂੰ ਆਪਾਂ ਫਰਜ਼ ਕਹਿੰਦੇ ਹਾਂ। ਧਰਮ ਕੋਈ ਖਾਸ ਕੱਪੜੇ ਪਾਉਣਾ, ਖਾਸ ਥਾਂ ਤੇ ਬੈਠਣਾ, ਖਾਸ ਕਰਮ ਕਰਨਾ ਨਹੀਂ ਹੈ। ਧਰਮ ਦਾ ਅਰਥ ਹੈ ਜ਼ਿੰਦਗੀ ਦਾ ਫਰਜ਼, ਜ਼ਿੰਦਗੀ ਦੀ ਡਿਊਟੀ। ਜਿਵੇਂ ਰਾਜੇ ਦਾ ਧਰਮ ਹੈ ਉਹ ਮਨੁੱਖਤਾ ਨਾਲ ਨਿਆਂ ਕਰੇ, ਸਿਪਾਹੀ ਦਾ ਧਰਮ ਹੈ ਉਹ ਜ਼ਿੰਦਗੀ ਅੰਦਰ ਸੂਰਮਗਤੀ ਦੇ ਕੰਮ ਕਰੇ। ਮਨੁੱਖ ਦਾ ਧਰਮ ਹੈ ਉਹ ਜ਼ਿੰਦਗੀ 'ਚ ਪ੍ਰਮਾਤਮਾ ਦੇ ਪਿਆਰ ਵਿੱਚ ਜਿਹੜੇ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਡੀ ਜ਼ਿੰਦਗੀ ਦਾ ਧਰਮ ਹੈ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਨਾ। ਤੇ ਸਤਿਗੁਰੂ ਜੀ ਕਹਿੰਦੇ ਜਿਹਨੂੰ ਜ਼ਿੰਦਗੀ ਦੇ ਧਰਮ ਦਾ ਪਤਾ ਲੱਗ ਜੇ ਨਾ, ਨਾਨਕ ਤਾਕਾ ਦਾਸ ਹੈ, ਨਾਨਕ ਉਹਦਾ ਦਾਸ ਬਣ ਜਾਏਗਾ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੱਜ ਦੇ ਇਸ ਮੁੱਖ ਵਾਕ ਰਾਹੀਂ ਜਿਗਿਆਸੂ ਹਿਰਦੇ ਦੀ ਉਸ ਵੇਦਨ ਨੂੰ ਦੱਸਦਿਆਂ ਹੋਇਆਂ ਕਿ ਉਹਦੇ ਮਨ ਅੰਦਰ ਪ੍ਰਮਾਤਮਾ ਨੂੰ ਮਿਲਣ ਦੇ ਲਈ ਕਿਵੇਂ ਖਿੱਚ, ਕਿਵੇਂ ਵੈਰਾਗ, ਕਿਵੇਂ ਬਿਰਹੋਂ ਪੈਦਾ ਹੋਈ ਹੈ, ਜਿਹੜੀ ਕਿਸੇ ਵੀ ਤਰੀਕੇ ਨਾਲ ਉਹ ਬੁੱਝ ਨਹੀਂ ਸਕਦੀ। ਉਹ ਜਦੋਂ ਜੋਦੜੀਆਂ ਕਰਦਾ ਹੈ ਕਿ ਮੈਂ ਉਸ ਪ੍ਰਮਾਤਮਾ ਨੂੰ ਮਿਲਣਾ, ਤੇ ਮਿਲਣ ਦਾ ਇੱਕ ਤਰੀਕਾ ਹੈ ਸਤ ਸੰਗਤ, ਗੁਰੂ ਦੀ ਹਜ਼ੂਰੀ। ਗੁਰੂ ਕੇ ਗਿਆਨ ਨਹੀਂ ਜਦੋਂ ਪ੍ਰਮਾਤਮਾ ਦੇ ਪਿਆਰ ਵਿੱਚ ਜੁੜਦਾ ਹੈ, ਫਿਰ ਪ੍ਰਭ ਰੰਗ ਦਿਆਲ ਮੋਇ ਗ੍ਰਹਿ ਮੈਂ ਪਾਇਆ, ਜਨ ਨਾਨਕ ਤਵਤ ਬਜਾਈ। ਉਹ ਦਿਆਲੂ, ਕਿਰਪਾਲੂ, ਖੁਸ਼ੀਆਂ ਦਾ ਘਰ ਪ੍ਰਮਾਤਮਾ ਹਿਰਦੇ ਚੋਂ ਮਿਲ ਗਿਆ। ਉਹ ਹੁਣ ਪਿਆਸ, ਉਹ ਤੜਫ ਖਤਮ ਹੋ ਗਈ। ਹੁਣ ਤੇ ਜੋਤੀ ਜੋਤ ਰਲੀ, ਸੰਪੂਰਨ ਥੀ ਆਰਾਮ। ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਨ, ਗੁਰੂ ਕੇ ਇਹ ਪਾਵਨ ਅਮੋਲ ਬਚਨ ਸਾਡੀ ਸੁਰਤ ਵਿੱਚ ਵਸਣ। ਅਸੀਂ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਜ਼ਿੰਦਗੀ 'ਚ ਉਸ ਅਵਸਥਾ ਨੂੰ, ਉਸ ਸੁੱਖ ਨੂੰ, ਉਸ ਆਨੰਦ ਨੂੰ ਮਾਣ ਸਕੀਏ ਜੋ ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਰਾਹੀਂ ਸਾਨੂੰ ਬਖਸ਼ਿਸ਼ ਕੀਤਾ ਹੈ ਜੀ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ ਜੀ। ਸਤਿਗੁਰੂ ਜੀ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣ। ਦਰੋਂ ਕਰੋ ਨਾਮ ਬਾਣੀ ਦਾ ਪਿਆਰ, ਸਤ ਸੰਗਤ ਦਾ ਪਿਆਰ ਬਖਸ਼ ਕੇ ਕਿਰਤਾਰਥ ਕਰਨ ਜੀ। ਪਿਆਰ ਸਹਿਤ ਸਾਰੇ ਹੀ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।